Yes, please. Let us start. Indian Penal Code, Section 224. Indian Penal Code, Section 214। ਅਸੀਂ ਪਿੱਛੇ ਪੜਿਆ ਸੀਗਾ ਸੈਕਸ਼ਨ 223 ਤੱਕ। ਸੈਕਸ਼ਨ 224 ਰਜਿਸਟੈਂਸ ਔਰ ਅਬਸਟ੍ਰਕਸ਼ਨ ਬਾਈ ਅ ਪਰਸਨ ਟੂ ਹਿਜ਼ ਲਾਫੁਲ ਐਪਰੀਹੈਂਸ਼ਨ। ਕਿਸੇ ਵਿਅਕਤੀ ਨੂੰ ਕਾਨੂੰਨੀ ਤੌਰ ਤੇ ਅਰੈਸਟ ਕੀਤਾ ਜਾ ਰਿਹਾ ਹੈ ਅਥਾਰਟੀ ਵੱਲੋਂ, ਕਿਸੇ ਲਾਫੁਲ ਅਥਾਰਟੀ ਵੱਲੋਂ, ਕਿਸੇ ਪੁਲਿਸ ਆਫੀਸਰ ਵੱਲੋਂ ਜਾਂ ਕਿਸੇ ਵੀ ਵਿਅਕਤੀ ਵੱਲੋਂ ਜਿਹਨੂੰ ਕੋਰਟ ਵੱਲੋਂ ਅਥਾਰਾਈਜ਼ ਕੀਤਾ ਗਿਆ ਹੋਵੇ, ਔਰ ਉਹ ਵਿਅਕਤੀ ਜਿਹੜਾ ਹੈਗਾ ਭੱਜਣ ਦੀ ਕੋਸ਼ਿਸ਼ ਕਰਦਾ ਹੈ, ਐਸਕੇਪ ਕਰਦਾ, ਦੌੜਨ ਦੀ ਕੋਸ਼ਿਸ਼ ਕਰਦਾ ਹੈਗਾ, ਤਾਂ ਉਸ ਵਿਅਕਤੀ ਨੂੰ ਕੀ ਹੈਗੀ ਆ ਫਾਈਨ ਮਤਲਬ ਸਜ਼ਾ ਹੋ ਸਕਦੀ ਹੈ। ਜਿਸ ਅਪਰਾਧ ਲਈ ਉਸਨੇ ਜੁਰਮ ਕੀਤਾ ਸੀਗਾ ਉਹਦੀ ਸਜ਼ਾ ਵੱਖਰੀ ਹੋਏਗੀ। ਜੋ ਜੁਰਮ ਉਹਨੇ ਕੀਤਾ ਸੀ, ਜੋ ਅਪਰਾਧ ਉਹਨੇ ਕੀਤਾ ਸੀਗਾ, ਉਹਦੀ ਸਜ਼ਾ ਵੱਖਰੀ ਹੋਏਗੀ, ਪਰ ਇੱਕ ਉਹਦੇ ਤੇ 224 ਸੈਕਸ਼ਨ ਵੱਖਰੀ ਲੱਗੇਗੀ ਜੇਕਰ ਉਹ ਜਾਣੀ ਕਿ ਉਹਦੀ ਜਿਹੜੀ FIR ਹੈਗਾ ਆ ਉਹਦੇ ਵਿੱਚ ਇਹ ਐਡੀਸ਼ਨ ਹੋ ਜਾਏਗੀ ਸੈਕਸ਼ਨ 224। ਜੇਕਰ ਉਹ ਭੱਜਣ ਦੀ ਕੋਸ਼ਿਸ਼ ਕਰਦਾ ਹੈ, ਐਸਕੇਪ ਕਰਨ ਦੀ ਕੋਸ਼ਿਸ਼ ਕਰਦਾ ਹੈ ਆਪਦੀ ਐਪਰੀਹੈਂਸ਼ਨ ਤੋਂ, ਮਤਲਬ ਕਿ ਅਰੈਸਟ ਤੋਂ, ਤਾਂ ਉਹਨੂੰ ਇਸ ਸੈਕਸ਼ਨ ਦੀ ਤਹਿਤ ਜਿਹੜੀ ਹੈਗੀ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਨਾਲ ਹੀ ਫਾਈਨ ਹੋ ਸਕਦਾ ਹੈ, ਦੋਨੋਂ ਵੀ ਹੋ ਸਕਦੇ ਹੈ। सेक्शन 225 रजिस्टेंस और ऑब्स्ट्रक्शन टू लॉफुल एप्रीहेंशन ऑफ अनदर पर्सन। कोई होर व्यक्ति हैगा ਜਿਹਨੂੰ ਕਾਨੂੰਨੀ ਤੌਰ ਤੇ ਅਰੈਸਟ ਕੀਤਾ ਜਾ ਰਿਹਾ ਹੈ, ਠੀਕ ਹੈ ਜੀ, ਉਹਦੀ ਅਰੈਸਟ ਦੇ ਵਿੱਚ ਰੁਕਾਵਟ ਪਾਣਾ, ਰੋਕਣਾ। ਇਹ ਵਿਅਕਤੀ ਹੈ ਜਿਹਨੂੰ ਅਰੈਸਟ ਕੀਤਾ ਜਾ ਰਿਹਾ ਹੈ ਲਾਫੁਲੀ ਤੌਰ ਤੇ, ਠੀਕ ਹੈ, ਡਿਟੇਨ ਕੀਤਾ ਗਿਆ। ਐਨੀ ਅਦਰ ਪਰਸਨ ਫਾਰ ਐਨ ਆਫੈਂਸ or excuse or attempts to rescue any other person, ਕਿਸੇ ਹੋਰ ਪਰਸਨ ਦੀ, ਕਿਸੇ ਹੋਰ ਵਿਅਕਤੀ ਨੂੰ ਅਰੈਸਟ ਹੋਣ ਤੋਂ ਰੋਕਣਾ, from any custody in which the person is lawfully detained for an offense, ਕਿ ਕੋਈ ਉਹਨੇ ਜੁਰਮ ਕੀਤਾ ਸੀਗਾ, ਉਸ ਨੂੰ ਅਰੈਸਟ ਕੀਤਾ ਜਾ ਰਿਹਾ ਹੈਗਾ ਜਾਂ ਅਰੈਸਟ ਕੀਤਾ ਗਿਆ, ਉਹਦੇ ਵਿੱਚ ਉਹਨੂੰ ਦੌੜਾਉਣ ਦੀ ਕੋਸ਼ਿਸ਼ ਕਰਨਾ ਜਾਂ ਉਹਨੂੰ ਅਰੈਸਟ ਕਰਨ ਤੋਂ ਰੋਕਣਾ, ਠੀਕ ਹੈ। ਤਾਂ ਜਿਹੜਾ ਵਿਅਕਤੀ ਰੋਕਦਾ ਹੈਗਾ, ਜਿਹੜਾ ਦੋਸ਼ੀ ਉਹ ਤੋਂ ਵੱਖਰਾ ਹੈ, ਪਰ ਜਿਹੜਾ ਵਿਅਕਤੀ ਰੋਕਦਾ ਹੈਗਾ ਉਹ ਵੀ ਇੱਕ ਦੋਸ਼ੀ ਬਣ ਜਾਂਦਾ ਹੈ। ਸੈਕਸ਼ਨ 225 ਦੇ ਤਹਿਤ ਦੋਸ਼ੀ ਬਣ ਜਾਂਦਾ ਹੈ ਤੇ ਉਹਨੂੰ ਵੀ ਜਿਹੜੀ ਸਜ਼ਾ ਹੈਗੀ ਹੈ 2 ਸਾਲ ਤੱਕ ਦੀ ਹੋ ਸਕਦੀ ਹੈ, ਫਾਈਨ ਵੀ ਹੋ ਸਕਦਾ ਹੈ, ਜੁਰਮਾਨਾ ਵੀ ਹੋ ਸਕਦਾ ਹੈ। ਤੇ ਜੇ ਉਹ ਵਿਅਕਤੀ ਜਿਹੜਾ ਦੋਸ਼ੀ ਹੈ, ਜਿਹਨੂੰ ਅਰੈਸਟ ਕੀਤਾ ਜਾ ਰਿਹਾ ਹੈ ਜਾਂ ਜਿਹਨੂੰ ਅਰੈਸਟ ਕੀਤਾ ਜਾ ਰਿਹਾ, ਤੇ ਜੇ ਉਹ ਹੈਗਾ ਉਹਨੇ ਐਸਾ ਕੋਈ ਜੁਰਮ ਕੀਤਾ ਜਿਹਦੇ ਵਿੱਚ ਉਹਨੂੰ ਉਮਰ ਕੈਦ ਹੋ ਸਕਦੀ ਹੈ, ਜਿਹੜਾ ਦੋਸ਼ੀ ਹੈ ਉਹਨੇ ਐਸਾ ਜੁਰਮ ਕੀਤਾ ਹੈ, ਐਸਾ ਦੋਸ਼ੀ ਹੈਗਾ ਉਹ ਜਿਹਨੂੰ ਉਮਰ ਕੈਦ ਹੋ ਸਕਦੀ ਹੈ ਜਾਂ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਤਾਂ ਐਸੇ ਵਿਅਕਤੀ ਦੇ ਵਿੱਚ ਇੰਟਰਫੇਅਰ ਕਰਨਾ ਤੇ ਉਹਨੂੰ ਦੌੜਾਉਣ ਦੀ ਕੋਸ਼ਿਸ਼ ਕਰਨੀ, ਤਾਂ ਇਹਦੇ 'ਚ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਉਸ ਵਿਅਕਤੀ ਨੂੰ ਜਿਹੜਾ ਉਸਨੂੰ ਮਤਲਬ ਅਰੈਸਟ ਕਰਨ ਤੋਂ ਰੋਕਦਾ ਹੈਗਾ। ਪਰ ਜੇਕਰ ਫਿਰ ਵੀ ਅੱਗੇ ਜਾ ਕੇ ਹੋਰ ਦੇਖਦੇ ਹਾਂ, ਜੇਕਰ ਉਹ ਜਿਹੜਾ ਦੋਸ਼ੀ ਸੀਗਾ ਜਿਹਦੇ ਵਿੱਚ ਦਖਲਅੰਦਾਜ਼ੀ ਕਰਦਾ ਕੋਈ ਥਰਡ ਪਰਸਨ, ਠੀਕ ਹੈ, ਉਸਨੇ ਐਸਾ ਜੁਰਮ ਕੀਤਾ ਜਿਹਨੇ ਕਿ ਉਹਨੇ ਕੋਈ ਮਰਡਰ ਵਗੈਰਾ ਕੀਤਾ ਹੈਗਾ ਜਿਸ 'ਚ ਉਹਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ, ਠੀਕ ਹੈ ਜੀ, ਤਾਂ ਉਸ ਵਿਅਕਤੀ ਨੂੰ ਜਿਹੜਾ ਉਹਦੇ ਵਿੱਚ ਉਹਦੀ ਅਰੈਸਟ ਦੇ ਵਿੱਚ ਵਿਘਨ ਪਾਉਂਦਾ ਹੈ, ਉਹਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸੇ ਤਰੀਕੇ if the person to be apprehended or rescued or attempted to be rescued is liable under the sentence of a court of justice, ਜੋ ਸਜ਼ਾ ਭੁਗਤ ਰਿਹਾ ਹੈਗਾ, ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ ਵਿਅਕਤੀ, ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ, ਉਹਨੂੰ ਭਜਾਉਣ ਦੀ ਕੋਈ ਕੋਸ਼ਿਸ਼ ਕਰਦਾ ਹੈਗਾ ਕੋਈ ਥਰਡ ਪਰਸਨ, ਕੋਈ ਤੀਜਾ ਵਿਅਕਤੀ, ਠੀਕ ਹੈ, ਤਾਂ ਉਸ ਨੂੰ 10 ਸਾਲ ਤੱਕ ਦੀ ਸਜ਼ਾ ਜਾਂ 10 ਸਾਲ ਤੱਕ ਦੀ ਉਹਨੂੰ ਮਤਲਬ ਕਿ ਸਜ਼ਾ ਭੁਗਤ ਰਿਹਾ ਹੈ ਜਾਂ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ ਜਾਂ ਉਸ ਤੋਂ ਜ਼ਿਆਦਾ ਭੁਗਤ ਰਿਹਾ ਹੈਗਾ, ਤਾਂ ਜਿਹੜਾ ਬੰਦਾ ਇਸ ਨੂੰ ਭਜਾਉਣ ਦੀ ਕੋਸ਼ਿਸ਼ ਕਰਦਾ ਹੈ ਜਾਂ ਉਹਨੂੰ escape ਹੋਣ ਤੋਂ ਰੋਕਦਾ ਹੈਗਾ, ਅਰੈਸਟ ਕਰਨ ਤੋਂ ਰੋਕਦਾ ਹੈਗਾ, ਜੇ ਅਰੈਸਟ ਕੀਤਾ ਗਿਆ ਉਹ ਮਤਲਬ ਕਿ ਦੌੜ ਗਿਆ ਜਾਂ ਦੌੜਾਉਣ ਦੀ ਕੋਸ਼ਿਸ਼ ਕੀਤੀ ਉਸਨੇ, ਤਾਂ ਸਜ਼ਾ ਇਸ ਵਿਅਕਤੀ ਨੂੰ 10 ਸਾਲ ਤੱਕ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸੇ ਤਰੀਕੇ ਔਰ if the person to be apprehended or rescued, ਜਿਹਨੂੰ ਅਰੈਸਟ ਕੀਤਾ ਜਾ ਰਿਹਾ ਹੈ ਅੰਡਰ ਸੈਂਟੈਂਸ ਆਫ ਡੈਥ, ਉਹਨੂੰ ਮੌਤ ਦੀ ਸਜ਼ਾ ਹੋਈ ਵੀ ਹੈ ਆਲਰੇਡੀ, ਠੀਕ ਹੈ ਜੀ, ਤਾਂ ਜਿਹੜਾ ਵਿਅਕਤੀ ਮਤਲਬ ਉਹਨੂੰ ਭਜਾਉਣ ਦੀ ਕੋਸ਼ਿਸ਼ ਕਰਦਾ ਹੈ ਜਾਂ ਬਚਾਉਂਦਾ ਹੈ ਉਸਨੂੰ, ਤਾਂ ਉਹਨੂੰ ਜਿਹੜੀ ਹੈਗੀ ਹੈ ਸ਼ੈਲ ਬੀ ਪੁਨਿਸ਼ਡ ਵਿਦ ਇੰਪ੍ਰਿਜ਼ਨਮੈਂਟ ਫਾਰ ਲਾਈਫ, ਤਾਂ ਉਹਨੂੰ ਉਮਰ ਕੈਦ ਹੋ ਸਕਦੀ ਹੈ ਥਰਡ ਪਰਸਨ ਨੂੰ, ਠੀਕ ਹੈ, ਉਹਦੇ ਤੇ ਇਹ ਸੈਕਸ਼ਨ 225 ਲੱਗ ਸਕਦੀ ਹੈ
ਵੀ ਇਹਨੇ ਬੰਦੇ ਨੂੰ ਜਿਹਨੂੰ ਉਮਰ ਕੈਦ ਹੋਈ ਵੀ ਸੀ, ਜਿਹਨੂੰ ਮੌਤ ਦੀ ਸਜ਼ਾ ਹੋਈ ਵੀ ਸੀ, ਉਹਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਹੈ, ਜਦੋਂ ਅਰੈਸਟ ਕਰਨ ਤੋਂ ਰੁਕਾਵਟ ਪਾਈ ਹੈ, ਉਹਨੂੰ ਉਮਰ ਕੈਦ ਵੀ ਹੋ ਸਕਦੀ ਹੈ ਤੇ ਉਸ ਨੂੰ 10 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ। ਨੈਕਸਟ ਹੈ ਸੈਕਸ਼ਨ 225A, omission to apprehend or sufferance of escape on the part of public servant in cases not otherwise provided for। ਜਿੱਥੇ ਕਿਤੇ ਸਜ਼ਾ ਦੇ ਸੰਬੰਧੀ ਕੋਈ ਸਪਸ਼ਟ ਨਾ ਕੀਤਾ ਗਿਆ ਹੋਵੇ। moreover being a public servant legally bound, ਜਿਹੜਾ ਪਬਲਿਕ ਸਰਵੈਂਟ ਹੈ ਲੀਗਲੀ ਤੌਰ ਤੇ ਬਾਉਂਡ ਹੈਗਾ, as such public servant to apprehend or to keep in confinement any person, ਉਹਦੀ ਜ਼ਿੰਮੇਵਾਰੀ ਬਣ ਜਾਂਦੀ ਕਿਸੇ ਬੰਦੇ ਨੂੰ ਪਕੜ ਕੇ ਰੱਖਣਾ, in any case not provided for section 221/23 ਤੋਂ ਇਲਾਵਾ 221/23 ਸੈਕਸ਼ਨ ਅਸੀਂ ਪਿੱਛੇ ਪੜ੍ਹ ਕੇ ਗਏ ਹਾਂ, ਉਹਦੇ ਚ ਕੀ ਸਜ਼ਾ ਸੁਣਾਈ ਗਈ ਉਹ ਵੱਖਰੀ ਹੈਗੀ ਹੈ, ਪਰ ਇਹ ਉਸ ਤੋਂ ਇਲਾਵਾ ਕੋਈ ਹੋਰ ਜਿੱਥੇ ਕਿਤੇ ਸਜ਼ਾ ਦਾ ਕੋਈ ਪ੍ਰਾਵਧਾਨ ਨਾ ਦਿੱਤਾ ਗਿਆ ਹੋਵੇ, ਇਦਾਂ ਦੇ ਕਿਸੇ ਕੇਸ ਦੇ ਵਿੱਚ ਕੋਈ ਪਬਲਿਕ ਸਰਵੈਂਟ ਹੈਗਾ omits to apprehend that person, omit ਕਰਦਾ ਹੈ, ਯਾਨੀ ਕਿ ਕੋਈ ਜਿਹੜਾ ਕੰਮ ਕਰਨਾ ਸੀ ਉਹ ਮਤਲਬ ਕਿ ਅਣਗਹਿਲੀ ਕਰਦਾ ਹੈ, ਹੋਰ ਕਰਦਾ, ਜੋ ਵੀ ਕਰਦਾ ਹੈ, ਕਿਸੇ ਜਿਹੜਾ ਹੈ ਵਿਅਕਤੀ ਹੈਗਾ ਉਹਨੂੰ ਅਰੈਸਟ ਕਰਨ ਦੇ ਵਿੱਚ omission ਕਰਦਾ ਹੈਗਾ, ਜੋ ਕਾਰਵਾਈ ਉਹਨੇ ਕਰਨੀ ਸੀ ਉਹ ਨਹੀਂ ਕਰਦਾ, ਔਰ suffers him to escape from the confinement, ਜਾਂ ਫਿਰ ਇਦਾਂ ਦੀ ਕੋਈ ਕਾਰਵਾਈ ਕਰਦਾ ਵੀ ਇਹ ਦੌੜ ਜਾਵੇ ਬੰਦਾ ਜਿਹੜਾ ਪਕੜਿਆ ਹੋਇਆ, shall be punished if he does so intentionally, ਉਹ ਜਾਣਬੁੱਝ ਕੇ ਕਰਦਾ ਇਦਾਂ ਦੀ ਕਾਰਵਾਈ ਤਾਂ ਕਿ ਜਿਹੜਾ ਮਤਲਬ ਕਿ offender ਹੈਗਾ ਉਹ ਦੌੜ ਜਾਵੇ, ਤਾਂ ਹੁਣ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਪਰ ਜੇ ਉਹ ਨੈਗਲੀਜੈਂਟਲੀ ਕਰਦਾ ਹੈ, ਲਾਪਰਵਾਹੀ ਕਰਦਾ ਹੈਗਾ, ਤਾਂ 2 ਸਾਲ ਤੱਕ ਦੀ ਸਜ਼ਾ ਹੁੰਦੀ ਹੈ। 225B ਦੇ ਵਿੱਚ ਕੀ ਹੈ? ਰੈਜ਼ਿਸਟੈਂਸ। Resistance or obstruction to lawful apprehension or escape or rescue in case not otherwise provided for। ਇਹ ਵੀ ਆਲਮੋਸਟ ਮਿਲਦਾ ਜੁਲਦਾ ਹੈਗਾ। ਇਹ ਚ ਸੈਕਸ਼ਨ 224 ਤੇ 25 ਦੀ ਗੱਲ ਦੱਸੀ ਗਈ ਹੈ। wherever in any case not provided for in section 224 225 ਆਪਾਂ ਪਿੱਛੇ ਪੜ੍ਹ ਕੇ ਹਟੇ ਹਾਂ, ਉਹਨਾਂ ਤੋਂ ਇਲਾਵਾ or in any other law for the timing force intentionally offers any resistance or illegal obstruction to the lawful apprehension, ਕਾਨੂੰਨੀ ਤੌਰ ਤੇ ਕਿਸੇ ਵਿਅਕਤੀ ਨੂੰ ਅਰੈਸਟ ਕੀਤਾ ਜਾ ਰਿਹਾ ਹੈ, or any other person escapes or attempts to escape from any custody in law which he is lawfully detained, rescue or attempts to rescue, ਉਹਨੂੰ ਬਚਾਉਂਦਾ ਹੈਗਾ ਜਾਂ ਕੋਸ਼ਿਸ਼ ਕਰਦਾ ਬਚਾਉਣ ਦੀ, shall be punished with imprisonment of either description for a term which may extend to 6 months। ਜਿਹੜੇ ਉੱਪਰਲੇ 224 25 21 22 23 24 25 ਜਿਹੜੇ ਸੈਕਸ਼ਨਸ ਹੈਗੇ ਨੇ ਉਹਨਾਂ ਤੋਂ ਇਲਾਵਾ ਗੱਲ ਕੀਤੀ ਗਈ ਹੈ ਕੋਈ ਇਦਾਂ ਦਾ ਵਿਅਕਤੀ ਕੋਈ offense ਹੈਗਾ ਕਰਦਾ ਹੈਗਾ ਜਿਹੜਾ ਉਹ 'ਚ ਕਵਰ ਨਹੀਂ ਹੁੰਦਾ ਉੱਪਰਲੇ ਸੈਕਸ਼ਨਾਂ ਦੇ ਵਿੱਚ, ਠੀਕ ਹੈ, ਫਿਰ ਵੀ ਉਸ ਵਿਅਕਤੀ ਨੂੰ ਕੋਈ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨੂੰ 6 ਮਹੀਨੇ ਦੀ ਸਜ਼ਾ ਹੋ ਸਕਦੀ ਹੈ। ਸੈਕਸ਼ਨ 227 ਵਾਇਲੇਸ਼ਨ ਆਫ ਕੰਡੀਸ਼ਨਸ ਆਫ ਰਿਮਿਸ਼ਨ ਆਫ ਪਨਿਸ਼ਮੈਂਟ। ਕੋਈ ਵਿਅਕਤੀ ਰਿਮਿਸ਼ਨ ਕਿਹਨੂੰ ਹੁੰਦੀ ਹੈ? ਜੋ ਕੋਈ ਵਿਅਕਤੀ ਆਲਰੇਡੀ ਸਜ਼ਾ ਭੁਗਤ ਰਿਹਾ ਹੋਵੇ ਕੋਰਟ ਦਾ ਉਹਦੇ ਵਿੱਚ ਜੇਲ੍ਹ ਦੇ ਵਿੱਚ, ਉਹਨੂੰ ਕਿਸੇ ਕੁਝ ਕੰਡੀਸ਼ਨਾਂ ਦੇ ਬੇਸਿਸ ਤੇ ਉਹਦੀ ਜਿਹੜੀ ਸਜ਼ਾ ਹੈਗੀ ਹੈ ਉਹ 'ਚ ਕੁਛ ਮਾਫੀ ਹੋਈ ਹੈ, ਠੀਕ ਹੈ, ਫਿਰ ਉਹ ਵਾਇਲੇਸ਼ਨ ਕਰਦਾ ਹੈ ਸਜ਼ਾ ਆਪਦੀਆਂ, ਉਹ ਉਹਦੇ ਕੰਡੀਸ਼ਨਸ ਦੀ ਵਾਇਲੇਸ਼ਨ ਕਰਦਾ ਹੈ, ਜਾਣਬੁੱਝ ਕੇ ਕਰਦਾ ਹੈ, ਠੀਕ ਹੈ, ਜਾਂ whoever having accepted by any conditional remission of the punishment, ਮੰਨ ਲਓ ਕੋਈ 4 ਸਾਲ ਦੀ ਸਜ਼ਾ ਸੀ ਉਹਨੂੰ 1 ਸਾਲ ਦੀ ਜਾਂ 2 ਸਾਲ ਦੀ ਸਜ਼ਾ ਮਾਫ ਕਰ ਦਿੱਤੀ, knowingly violates any condition on which such a remission was granted, ਜਿਸ ਬੇਸਿਸ ਤੇ ਉਹਨੂੰ ਕੋਈ ਰਿਮਿਸ਼ਨ ਗ੍ਰਾਂਟ ਕੀਤੀ ਗਈ ਸੀ, ਤਾਂ ਉਸ ਵਿਅਕਤੀ ਨੂੰ ਫਿਰ ਕੀ ਹੋਏਗਾ, ਜੋ ਕੰਡੀਸ਼ਨ ਮਤਲਬ ਕਿ ਵਾਇਲੇਟ ਕਰਦਾ ਹੈ ਤਾਂ ਜਿੰਨੀ ਸਜ਼ਾ ਉਹਨੂੰ ਪਹਿਲਾਂ ਅਨਾਉਂਸ ਕੀਤੀ ਗਈ ਸੀਗੀ ਉਹ ਜਿਹੜੀ ਰਿਮਿਸ਼ਨ ਹੈ ਉਹ ਕੈਂਸਲ ਕਰ ਦਿੱਤੀ ਜਾਂਦੀ ਹੈ, ਤੇ ਜਿੰਨੀ ਸਜ਼ਾ ਉਹਨੂੰ ਪਹਿਲਾਂ ਅਨਾਉਂਸ ਕੀਤੀ ਗਈ ਹੈ ਜਿੰਨੀ ਉਹ ਭੁਗਤ ਚੁੱਕਿਆ ਠੀਕ ਹੈ, ਬਾਕੀ ਦੀ ਜਿਹੜੀ ਸਜ਼ਾ ਹੈਗੀ ਉਹ ਭੁਗਤੇਗਾ, ਯਾਨੀ ਕਿ ਰਿਮਿਸ਼ਨ ਕੈਂਸਲ ਹੋ ਜਾਏਗੀ ਉਹਦੀ। ਸੈਕਸ਼ਨ 228 ਚ ਕੀ ਹੈ? ਇੰਟੈਂਸ਼ਨਲ ਇਨਸਲਟ ਔਰ ਇੰਟਰਪਸ਼ਨ ਟੂ ਦਾ ਪਬਲਿਕ ਸਰਵੈਂਟ ਸਿਟਿੰਗ ਇਨ ਜੁਡੀਸ਼ੀਅਲ ਪ੍ਰੋਸੀਡਿੰਗਸ। ਕੋਈ ਕੋਰਟ ਦੇ ਵਿੱਚ, ਕ੍ਰਿਮੀਨਲ ਕੋਰਟ ਦੇ ਵਿੱਚ ਕੋਈ ਆਫਿਸ ਜਿਹੜੇ ਆਫੀਸ਼ੀਅਲਸ ਬੈਠੇ ਹੁੰਦੇ ਨੇ, ਕੋਈ ਕਲੈਰੀਕਲ ਕੇਡਰ, ਕੋਈ ਰੀਡਰ, ਕੋਈ ਸਟੈਨੋ, ਮੇ ਵੀ ਕੋਈ ਵੀ ਹੋਵੇ, ਠੀਕ ਹੈ, ਜੇ ਉਸ ਨੂੰ ਕੋਈ ਵਿਅਕਤੀ ਉਹਦੀ ਇਨਸਲਟ ਕਰਦਾ ਹੈਗਾ, whoever intentionally offers any insult or causes any interruption to any public servant while such public servant is sitting in any stage of judicial proceeding, ਜੁਡੀਸ਼ੀਅਲ ਕਾਰਵਾਈ ਹੋ ਰਹੀ ਹੈ ਉਹਦੀ ਪ੍ਰੋਸੀਡਿੰਗ ਦੇ ਦੌਰਾਨ, ਤਾਂ ਕੋਈ ਵਿਅਕਤੀ ਕੋਈ ਮਤਲਬ ਕਿ ਕੋਈ ਬੇਇੱਜ਼ਤੀ ਕਰਦਾ ਕਿਸੇ ਦੀ ਜਾਂ ਕੋਈ ਰੁਕਾਵਟ ਪਾਉਂਦਾ ਉਹਦੇ ਕੰਮਕਾਰ ਦੇ ਵਿੱਚ, ਤਾਂ ਉਹਨੂੰ ਜਿਹੜੀ ਹੈਗੀ ਹੈ ਸਜ਼ਾ
6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ, ਫਾਈਨ ਵੀ ਹੋ ਸਕਦਾ ਹੈ, ਜਿਹੜਾ ਕਿ 1000 ਰੁਪਏ ਤੱਕ ਹੋ ਸਕਦਾ ਹੈ, ਦੋਨੋਂ ਵੀ ਹੋ ਸਕਦੇ। Section 228A, disclosure of identity of the victim of certain offences। ਕੋਈ ਵਿਕਟਮ ਹੈ ਜਿਹਦੇ ਖਿਲਾਫ ਕੋਈ ਜੁਰਮ ਹੋਇਆ ਹੈ, ਜਿਵੇਂ ਕਿ ਆਪਾਂ ਰੇਪ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਇਹ ਸੈਕਸ਼ਨ ਰੇਪ ਦੇ ਉੱਪਰ ਨਾਲ ਲਿੰਕ ਕਰਦੀ ਹੈ। ਸੈਕਸ਼ਨ 376, 376, 376 A B C D ਕੀ ਹੁੰਦਾ ਹੈ, ਕੋਈ ਲੜਕੀ ਹੁੰਦੀ ਹੈ, ਉਹਦੇ ਨਾਲ ਕੋਈ ਰੇਪ ਹੁੰਦਾ ਹੈ, ਠੀਕ ਹੈ, ਲੜਕੀ ਦੇ ਨਾਮ ਨੂੰ ਡਿਸਕਲੋਜ਼ ਕਰਨਾ ਵਿਦਆਊਟ ਐਨੀ ਕਿਸੇ ਅਥਾਰਟੀ ਤੋਂ ਬਗੈਰ, ਕੋਈ ਵਿਅਕਤੀ ਉਸ ਲੜਕੀ ਦਾ ਨਾਮ ਡਿਸਕਲੋਜ਼ ਕਰਦਾ ਹੈ ਓਪਨਲੀ, ਕੋਈ ਖਬਰ ਲਗਾਉਂਦਾ ਹੈ ਬਗੈਰ ਕਿਸੇ ਅਥਾਰਟੀ ਤੋਂ, ਬਗੈਰ ਕਿਸੇ ਦੀ ਅਥੋਰਾਈਜ਼ ਪਰਸਨ ਦੀ ਉਹ ਤੋਂ ਪਰਮਿਸ਼ਨ ਤੋਂ ਬਿਨਾਂ, ਤਾਂ ਜਿਹੜਾ ਕੋਈ ਵਿਅਕਤੀ ਹੈਗਾ, ਕੋਈ ਕਿਸੇ ਇੱਦਾਂ ਦੇ ਇਹ ਸੈਕਸ਼ਨ ਦੇ ਤਹਿਤ ਕਿਸੇ ਲੜਕੀ ਦਾ ਜਾਂ ਕਿਸੇ ਵੂਮੈਨ ਦਾ ਜਿਹੜਾ ਨਾਮ ਹੈਗਾ ਉਹ ਡਿਸਕਲੋਜ਼ ਕਰਦਾ, ਤਾਂ ਉਸ ਨੂੰ ਕੀ ਹੈਗਾ, ਸਜ਼ਾ ਹੋ ਸਕਦੀ ਹੈ, 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਨਾਲ ਫਾਈਨ ਵੀ ਹੋ ਸਕਦਾ ਹੈ। ਪਰ ਇੱਥੇ ਨਾਲ 2 ਐਕਸੈਪਸ਼ਨਸ ਹੈਗੀਆਂ ਨੇ। ਨਥਿੰਗ ਇਨ ਸੈਕਸ਼ਨ ਐਕਸਟੈਂਡ ਟੂ ਐਨੀ ਪ੍ਰਿੰਟਿੰਗ ਔਰ ਪਬਲਿਕੇਸ਼ਨ, ਕੋਈ ਪ੍ਰਿੰਟਿੰਗ ਕਰਦਾ ਹੈ, ਕੋਈ ਪਬਲਿਕੇਸ਼ਨ ਕਰਦਾ ਹੈ of the name of the or any manner which may make known to the identity, ਜਿਹਦੇ ਤੋਂ ਸਾਬਤ ਹੋ ਜਾਣਾ ਵੀ ਲੜਕੀ ਕੌਣ ਸੀਗੀ, by or under the order in writing of the officer in charge of the police station, ਜੇ ਪੁਲਿਸ ਸਟੇਸ਼ਨ ਦੀ ਪੁਲਿਸ ਆਫੀਸਰ ਦੀ ਮਰਜ਼ੀ ਨਾਲ ਕਰਦਾ ਹੈ, ਜਾਂ ਪੁਲਿਸ ਆਫੀਸਰ ਦੀ ਅਥਾਰਟੀ ਦੇ ਨਾਲ, ਇਨਵੈਸਟੀਗੇਸ਼ਨ ਆਫੀਸਰ ਕੋਈ ਹੈਗਾ, ਉਹਦੇ ਆਰਡਰ ਹੈਗੇ ਆ, ਉਹ ਆਰਡਰ ਕਹਿੰਦੇ ਆ ਉਸ ਨੂੰ ਵੀ ਇਹ ਤੁਸੀਂ ਪਬਲਿਕੇਸ਼ਨ ਕਰ ਸਕਦੇ ਹੋ, ਠੀਕ ਹੈ। ਫਿਰ ਇਹ ਜਿਹੜਾ 200 ਸੈਕਸ਼ਨ 1 ਹੈ, ਫਿਰ ਉਹਦਾ ਲਾਗੂ ਨਹੀਂ ਹੁੰਦਾ। ਇਸੇ ਤਰੀਕੇ ਅਥੋਰਾਈਜੇਸ਼ਨ ਇਨ ਰਾਈਟਿੰਗ ਆਫ ਏ ਵਿਕਟਮ, ਜਾਂ ਵਿਕਟਮ ਜਿਹੜਾ ਹੈਗਾ, ਵੂਮੈਨ ਜਿਹੜੀ ਹੈਗੀ ਹੈ, ਉਹ ਲਿਖਤੀ ਤੌਰ ਤੇ ਦੇ ਦੇਵੇ ਰਿਟਨ ਦੇ ਵਿੱਚ ਵੀ ਹਾਂ ਮੇਰਾ ਨਾਮ ਡਿਸਕਲੋਜ਼ ਹੁੰਦਾ, ਮੈਨੂੰ ਕੋਈ ਪਰਵਾਹ ਨਹੀਂ, ਤੁਸੀਂ ਇਹ ਜਿਹੜੀ ਨਿਊਜ਼ ਹੈਗੀ ਹੈ ਲਗਾਓ, ਠੀਕ ਹੈ। ਫਿਰ ਵੀ ਉੱਤੇ ਜਿਹੜੀ ਸੈਕਸ਼ਨ 1 ਹੈਗੀ ਹੈ, ਸਬ ਸੈਕਸ਼ਨ 1 ਹੈਗੀ ਹੈ, ਲਾਗੂ ਨਹੀਂ ਹੁੰਦੀ, ਉਹਨਾਂ ਨੂੰ ਕੋਈ ਸਜ਼ਾ ਨਹੀਂ ਹੋ ਸਕਦੀ। ਇਸੇ ਤਰੀਕੇ ਵੇਅਰ ਦਾ ਵਿਕਟਮ ਇਜ਼ ਡੈਥ ਔਰ ਮਾਈਨਰ, ਜੇ ਵਿਕਟਮ ਦੀ ਡੈਥ ਹੋ ਜਾਂਦੀ ਹੈ, ਵੂਮੈਨ ਦੀ ਡੈਥ ਹੋ ਜਾਂਦੀ ਹੈ, ਇਸ ਉੱਪਰ ਕੇਸ ਦੇ ਵਿੱਚ ਸੈਕਸ਼ਨ 376 ਦੇ ਰੇਪ ਦੇ ਕੇਸ ਦੇ ਵਿੱਚ ਡੈਥ ਹੋ ਜਾਂਦੀ ਹੈ, ਜਾਂ ਮਾਈਨਰ ਹੈਗਾ, ਬੱਚਾ ਕੋਈ ਹੈਗਾ, ਜਾਂ ਅਨਸਾਊਂਡ ਮਾਈਂਡ ਹੈ, ਜਿਹੜੀ ਵੂਮੈਨ ਹੈਗੀ ਹੈ, ਲੜਕੀ ਹੈਗੀ ਹੈ, ਮਾਈਨਰ ਹੈ, ਵੂਮੈਨ ਅਨਸਾਊਂਡ ਮਾਈਂਡ ਹੈ, ਤਾਂ ਕੀ ਹੈ ਅਥੋਰਾਈਜੇਸ਼ਨ ਕੌਣ ਦੇ ਸਕਦਾ ਹੈ? ਅਥੋਰਾਈਜੇਸ਼ਨ ਇਨ ਰਾਈਟਿੰਗ ਦ ਨੈਕਸਟ ਕਿਨ ਆਫ ਦ ਵਿਕਟਮ, ਉਹਦਾ ਕੋਈ ਜਿਹੜਾ ਲੀਗਲ ਹੈਗਾ, ਉਹਦੇ ਫਾਦਰ ਮਦਰ ਵਗੈਰਾ, ਠੀਕ ਹੈ, ਉਹ ਅਥੋਰਾਈਜੇਸ਼ਨ ਦੇ ਸਕਦੇ ਨੇ, ਪਰ ਸ਼ਰਤ ਨਾਲ ਇਹ ਵੀ ਹੈ ਪ੍ਰੋਵਾਈਡਡ ਦੈਟ ਨੋ ਸੱਚ ਅਥੋਰਾਈਜੇਸ਼ਨ ਸ਼ੈਲ ਬੀ ਗਿਵਨ ਬਾਈ ਦ ਨੈਕਸਟ ਆਫ ਕਿਨ ਟੂ ਐਨੀਬੋਡੀ ਅਦਰ ਦੈਨ ਦਾ ਚੇਅਰਮੈਨ। ਇਹ ਅਥੋਰਾਈਜੇਸ਼ਨ ਕਿਹਨੂੰ ਦਿੱਤੀ ਜਾਂਦੀ ਹੈ? ਇਹ ਅਥੋਰਾਈਜੇਸ਼ਨ ਪੇਰੈਂਟਸ ਵੱਲੋਂ, ਇਹ ਜਿਹੜੀ ਅਥਾਰਟੀ ਲੈਟਰ ਦਿੱਤੀ ਜਾਂਦੀ ਹੈ ਵੀ ਹਾਂ ਤੁਸੀਂ ਨਿਊਜ਼ ਲਗਾ ਸਕਦੇ ਹੋ, ਕੁਝ ਵੀ ਕਰ ਸਕਦੇ ਹੋ। ਇਹ ਸੈਕਟਰੀ ਬਾਈ ਵਾਟ ਐਵਰ ਨੇਮ ਕਾਲਡ ਐਨੀ ਰਿਕੋਗਨਾਈਜ਼ਡ ਵੈਲਫੇਅਰ ਇੰਸਟੀਟਿਊਸ਼ਨ ਆਫ ਦਾ ਆਰਗੇਨਾਈਜੇਸ਼ਨ, ਕੋਈ ਵੈਲਫੇਅਰ ਆਰਗੇਨਾਈਜੇਸ਼ਨ ਬਣੀ ਹੋਈ ਹੋਵੇ, ਠੀਕ ਹੈ, ਵੂਮੈਨ ਦੀ ਵੈਲਫੇਅਰ ਦੇ ਖਾਤਰ ਕੋਈ ਐਸੋਸੀਏਸ਼ਨ ਬਣੀ ਹੋਈ ਹੋਵੇ, ਚਿਲਡਰਨ ਦੀ ਵੈਲਫੇਅਰ ਦੇ ਲਈ ਕੋਈ ਐਸੋਸੀਏਸ਼ਨ ਬਣੀ ਹੋਵੇ, ਉਹਦੇ ਜਿਹੜੇ ਚੇਅਰਮੈਨ ਨੇ ਜਾਂ ਸੈਕਟਰੀ ਹੈਗੇ ਆ, ਉਹਨਾਂ ਨੂੰ ਹੀ ਅਥਾਰਟੀ ਲੈਟਰ ਦਿੱਤੀ ਜਾ ਸਕਦੀ ਹੈ। ਫਰਦਰ ਹੋ ਜਾ ਕੇ ਜਿਹੜੀ ਹੈਗੀ ਆ ਕਿਸੇ ਪਬਲਿਸ਼ਰ ਨੂੰ ਦੇ ਸਕਦੇ ਆ। Whoever prints or publishes any matter in relation to any proceedings before a court with respect to an offence referred in subsection 1 without the previous permission of such court shall be punished। ਜੇ ਕੋਈ ਕੋਰਟ ਦੇ ਵਿੱਚ ਇਦਾਂ ਦਾ ਕੇਸ ਚੱਲ ਰਿਹਾ ਹੈਗਾ ਦਫਾ 376 ਦੇ ਤਹਿਤ, ਠੀਕ ਹੈ, ਤਾਂ ਉਹ ਕੋਰਟ ਦੀ ਜਿਹੜੀ ਕੋਈ ਕਾਰਵਾਈ ਹੈਗੀ ਹੈ ਉਹਨੂੰ ਕੋਈ ਪਬਲਿਸ਼ ਕਰਦਾ ਹੈ ਬਗੈਰ ਕੋਰਟ ਦੀ ਮਨਜ਼ੂਰੀ ਤੋਂ, ਕੋਰਟ ਦੀ ਪਰਮਿਸ਼ਨ ਤੋਂ ਬਗੈਰ, ਕੋਈ ਜਿਹੜਾ ਪਬਲਿਸ਼ਰ ਹੈਗਾ ਕੋਈ ਨਿਊਜ਼ ਪ੍ਰਿੰਟ ਕਰਦਾ ਹੈ, ਪਬਲਿਸ਼ ਕਰਦਾ ਹੈਗਾ, ਤਾਂ ਉਸ ਨੂੰ ਜਿਹੜੀ ਸਜ਼ਾ ਹੋ ਸਕਦੀ ਹੈ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਸ਼ੈਲ ਆਲਸੋ ਬੀ ਲਾਇਬਲ ਟੂ ਫਾਈਨ, ਜੁਰਮਾਨਾ ਵੀ ਹੋ ਸਕਦਾ ਹੈ। ਔਰ ਜੇਕਰ ਨਾਲ ਐਕਸਪਲੇਨੇਸ਼ਨ ਦਿੱਤੀ ਗਈ ਹੈ ਜਿਹੜੀ ਪ੍ਰਿੰਟਿੰਗ ਹੈ ਔਰ ਪਬਲਿਕੇਸ਼ਨ ਆਫ ਦਾ ਜੱਜਮੈਂਟ, ਜੇਕਰ ਕਿਸੇ ਹਾਈ ਕੋਰਟ ਨੇ ਜਾਂ ਕਿਸੇ ਸੁਪਰੀਮ ਕੋਰਟ ਨੇ ਕੋਈ ਜੱਜਮੈਂਟ ਦਿੱਤੀ ਹੈ ਇੱਦਾਂ ਦੇ ਕੇਸ ਦੇ ਵਿੱਚ, does not amount to an offence within the meaning of this section। ਇਸ ਸੈਕਸ਼ਨ ਦੇ ਤਹਿਤ ਜਦੋਂ ਕੇਸ ਫਾਈਨਲ ਹੋ ਗਿਆ ਜਾਂ ਜੱਜਮੈਂਟ ਦਿੱਤੀ, ਆਰਡਰ ਕਰਤਾ, ਠੀਕ ਹੈ, ਹਾਈ ਕੋਰਟ ਨੇ ਜਾਂ ਸੁਪਰੀਮ ਕੋਰਟ ਨੇ, ਤੇ ਉਸ ਜੱਜਮੈਂਟ ਨੂੰ ਛਾਪਣਾ ਕਿਸੇ ਉਹਦੇ ਵਿੱਚ ਪ੍ਰਿੰਟਿੰਗ ਕਿਸੇ ਬੁੱਕ ਦੇ ਵਿੱਚ, ਤਾਂ ਇਹ ਕੋਈ ਅਪਰਾਧ ਨਹੀਂ ਹੋਏਗਾ। ਪਰ ਡਿਊਰਿੰਗ ਪ੍ਰੋਸੀਡਿੰਗ ਦਾ ਕਿਹਾ ਗਿਆ ਹੈਗਾ ਕਿ ਡਿਊਰਿੰਗ ਪ੍ਰੋਸੀਡਿੰਗ, ਜਦੋਂ ਪ੍ਰੋਸੀਡਿੰਗ ਚੱਲ ਰਹੀਆਂ ਨੇ, ਕੇਸ ਫਾਈਨਲ ਨਹੀਂ ਹੋਇਆ ਹੈਗਾ, ਉਸ ਦੌਰਾਨ ਹੀ ਜੇ ਕੋਈ ਵਿਅਕਤੀ ਕੋਈ ਪਬਲਿਕੇਸ਼ਨ ਕਰਦਾ ਹੈ, ਕੋਈ ਪ੍ਰਿੰਟਿੰਗ ਕਰਦਾ, ਕੋਈ ਨਿਊਜ਼ ਦਿੰਦਾ ਹੈਗਾ, ਤਾਂ ਉਹਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਵਿਦਆਊਟ ਦਾ ਪਰਮਿਸ਼ਨ ਆਫ ਦਾ ਕੋਰਟ। ਨੈਕਸਟ ਹੈ ਸੈਕਸ਼ਨ 229 ਪਰਸੋਨੇਸ਼ਨ ਆਫ ਏ ਜੂਰਰ ਔਰ ਅਸੈਸਰ।
ਜੂਰਰ ਔਰ ਅਸੈਸਰ ਕੌਣ ਹੁੰਦੇ ਆ? ਕੋਈ ਵਿਅਕਤੀ ਜਦੋਂ ਕੋਈ ਦਿਵਾਲੀਆ ਡਿਕਲੇਅਰ ਹੋ ਜਾਂਦਾ ਹੈ, ਠੀਕ ਹੈ, ਜਾਂ ਕੋਈ ਕੋਈ ਪ੍ਰਾਪਰਟੀ ਨੂੰ ਸੇਲ ਕੀਤਾ ਜਾਣਾ ਮੰਨਦਾ ਹੈ, ਕਿਸੇ ਵੀ ਆਰਡਰ ਦੇ ਰਾਹੀਂ ਸੇਲ ਕੀਤਾ ਜਾਂਦਾ ਹੈ, ਠੀਕ ਹੈ, ਤਾਂ ਕੁਝ ਵਿਅਕਤੀ ਦੀ ਜ਼ਿੰਮੇਵਾਰੀ ਡਿਊਟੀ ਲੱਗਦੀ ਹੈ ਕੋਰਟ ਵੱਲੋਂ ਜਾਂ ਕਿਸੇ ਅਥਾਰਟੀ ਵੱਲੋਂ। ਕੁਝ ਅਸੈਸਰ ਨਿਯੁਕਤ ਕੀਤੇ ਜਾਂਦੇ ਨੇ ਜਿਹੜੇ ਪ੍ਰਾਪਰਟੀ ਨੂੰ ਅਸੈਸ ਕਰਦੇ ਆ ਵੀ ਇਹਦੀ ਅਮਾਊਂਟ ਕਿੰਨੀ ਬਣਦੀ ਹੈ। ਕੁਝ ਜੂਰੀਮੈਨ ਨਿਯੁਕਤ ਕੀਤੇ ਜਾਂਦੇ ਨੇ ਜਿਹੜੇ ਲੀਗਲ ਅਥੋਰਾਈਜ਼ ਹੁੰਦੇ ਨੇ ਪਰਸਨ, ਉਹਦਾ ਇੱਕ ਪੈਨਲ ਬਣਾਇਆ ਜਾਂਦਾ ਹੈ ਵੀ ਇਹ ਜਾ ਕੇ ਮੌਕੇ ਤੇ ਜਾ ਕੇ ਇਸ ਪ੍ਰਾਪਰਟੀ ਨੂੰ ਜਿਹੜੀ ਹੈਗੀ ਇਹਦੀ ਆਕਸ਼ਨ ਕਰਨਗੇ ਜਾਂ ਜੋ ਵੀ ਹੈਗਾ ਅਸੈਸਰ ਉਹਦੀ ਅਸੈਸਮੈਂਟ ਕਰਨਗੇ। ਇਸ ਤਰੀਕੇ ਜੇ ਕੋਈ ਵਿਅਕਤੀ ਜੂਰੀਮੈਨ ਤਾਂ ਨਹੀਂ ਕੋਰਟ ਵੱਲੋਂ ਡਿਕਲੇਅਰ ਹੋਇਆ ਪਿਆ, ਪਰ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਡਰੈਸ ਪਹਿਨ ਕੇ ਹੋਰ ਪਹਿਨ ਕੇ ਉਹ ਜਾਂ ਕੋਈ ਇੱਦਾਂ ਦਾ ਕੋਈ ਆਰਡਰ ਬਣਾ ਕੇ ਉਹ ਆਪਦੇ ਆਪ ਨੂੰ ਜੂਰੀਮੈਨ ਕਹਿੰਦਾ ਵੀ ਉਹ ਪੈਨਲ ਦਾ ਮੈਂ ਪਾਰਟ ਹੈਗਾ, ਠੀਕ ਹੈ, ਜਾਂ ਮੈਂ ਅਸੈਸਰ ਦਾ ਪਾਰਟ ਹੈਗਾ, ਆਪਦੇ ਆਪ ਨੂੰ ਸ਼ੋਅ ਕਰਦਾ ਹੈਗਾ, ਪਰ ਬੀਇੰਗ ਨਾਟ ਏ ਲੀਗਲ ਅਥੋਰਾਈਜ਼ਡ ਪਰਸਨ ਨਹੀਂ ਹੈਗਾ ਉਹ, ਪਰ ਫਿਰ ਵੀ ਉਹ ਜਾਣਬੁੱਝ ਕੇ ਪਰਸੋਨੇਸ਼ਨ ਕਰਦਾ ਹੈ, ਮਤਲਬ ਕਿ ਕਹਿੰਦਾ ਮੈਂ ਪਾਰਟ ਹੈਗਾ, ਅਦਰਵਾਈਜ਼ ਉਹ ਪਾਰਟ ਨਹੀਂ ਹੈਗਾ। ਉਸ ਨਾ ਉਹ ਜੂਰੀਮੈਨ ਦਾ ਪਾਰਟ ਹੈ, ਪੈਨਲ ਦਾ ਪਾਰਟ ਹੈ, ਨਾ ਹੀ ਕਿਸੇ ਅਸੈਸਰ ਦੀ ਟੀਮ ਦਾ ਪਾਰਟ ਹੁੰਦਾ ਹੈ, ਠੀਕ ਹੈ। ਉਹ ਦੂਜੇ ਨੂੰ ਧੋਖਾ ਦੇਣ ਦੀ ਖਾਤਰ ਉਹ ਆਪਦੇ ਆਪ ਨੂੰ ਪਰਸੋਨੇਟ ਕਰਕੇ ਦੱਸਦਾ ਵੀ ਮੈਂ ਉਹਦਾ ਪਾਰਟ ਹਾਂ, ਤਾਂ ਉਸ ਵਿਅਕਤੀ ਨੂੰ ਵੀ ਜਿਹੜਾ ਝੂਠੇ ਤੌਰ ਤੇ ਵੀ ਆਪਦੇ ਆਪ ਨੂੰ ਦੱਸਦਾ ਮੈਂ ਅਥੋਰਾਈਜ਼ ਪਰਸਨ ਹੈਗਾ ਐਜ ਜੂਰੀਮੈਨ ਔਰ ਐਜ ਅਸੈਸਰ, ਤਾਂ ਉਸ ਵਿਅਕਤੀ ਨੂੰ ਵੀ ਜਿਹੜੀ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਹੈ। ਨੈਕਸਟ ਅਸੀਂ ਅਗਲਾ ਚੈਪਟਰ ਪੜਾਂਗੇ, ਚੈਪਟਰ ਨੰਬਰ 16। ਇਹਦੇ ਵਿਚਕਾਰ ਕੁਝ ਚੈਪਟਰ ਸਾਡੇ ਨਹੀਂ ਹੈਗੇ, ਕੁਝ ਜਿਹੜੇ ਸਾਡੇ ਚੈਪਟਰ ਜਿਹੜੇ ਹੈਗੇ ਨੇ ਉਹ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੇ। ਇਹ ਹੈਗਾ ਚੈਪਟਰ ਨੰਬਰ 16, offences affecting the human body, section 299, offences affecting the human body, section 299, culpable homicide of offences affecting life। culpable homicide ਕੀ ਹੁੰਦਾ ਹੈ? ਇੱਕ ਹੁੰਦਾ ਮਰਡਰ, ਇੱਕ ਹੁੰਦਾ ਕਲਪੇਬਲ ਹੋਮਿਸਾਈਡ। ਦੇयर इज अ डिफरेंस बिटवीन ਕਲਪੇਬਲ ਹੋਮਿਸਾਈਡ ਐਂਡ ਮਰਡਰ। ਮਰਡਰ ਦੀ ਸਜ਼ਾ ਹੋਰ ਹੁੰਦੀ ਹੈ, ਕਲਪੇਬਲ ਹੋਮਿਸਾਈਡ ਦੀ ਸਜ਼ਾ ਹੋਰ ਹੁੰਦੀ ਹੈ। ਜਵਾਨੀ ਦੱਸਦੀ ਹੈ ਜਿਹੜੀ ਮਰਡਰ ਦੀ ਸਜ਼ਾ ਹੁੰਦੀ ਹੈ, ਮਰਡਰ ਦੀ ਜਿਹੜੀ ਸਜ਼ਾ ਹੈਗੀ ਹੈ ਇਹ ਸੈਕਸ਼ਨ 302 ਦੇ ਤਹਿਤ ਹੁੰਦੀ ਹੈ। ਜਿਹੜੀ ਕਲਪੇਬਲ ਹੋਮਿਸਾਈਡ ਦੀ ਜਿਹੜੀ ਸਜ਼ਾ ਹੁੰਦੀ ਹੈ ਇਹ ਸੈਕਸ਼ਨ 304 ਦੇ ਤਹਿਤ ਹੁੰਦੀ ਹੈ, ਠੀਕ ਹੈ। 302 ਦੇ ਤਹਿਤ ਜੇ ਕੋਈ ਵਿਅਕਤੀ ਤੇ ਮਰਡਰ ਦਾ ਦੋਸ਼ ਲੱਗ ਜਾਂਦਾ ਹੈ ਤਾਂ ਉਹਨੂੰ 302 ਦੇ ਸੈਕਸ਼ਨ ਦੇ ਤਹਿਤ ਜਿਹੜੀ ਹੈਗੀ ਹੈ ਉਹ ਸਜ਼ਾ ਹੁੰਦੀ ਹੈ। ਮਰਡਰ ਸੈਕਸ਼ਨ 300 ਦੇ ਵਿੱਚ ਆ ਜਾਂਦਾ ਹੈ ਤੇ ਕਲਪੇਬਲ ਹੋਮਿਸਾਈਡ ਹੈਗਾ ਸੈਕਸ਼ਨ 299 ਚ ਆ ਜਾਂਦਾ, 299 ਚ ਆ ਜਾਂਦਾ ਹੈ। 299 ਦੀ ਜਿਹੜੀ ਸਜ਼ਾ 304 ਸੈਕਸ਼ਨ ਚ ਹੁੰਦੀ ਹੈ ਤੇ ਸੈਕਸ਼ਨ 300 ਦੀ ਜਿਹੜੀ ਸਜ਼ਾ ਹੈਗੀ ਹੈ ਮਰਡਰ ਦੀ ਸਜ਼ਾ 302 ਸੈਕਸ਼ਨ ਚ ਹੁੰਦੀ ਹੈ। ਹੁਣ ਆਪਾਂ ਪੜਾਂਗੇ ਡਿਟੇਲ ਦੇ ਵਿੱਚ ਕਲਪੇਬਲ ਹੋਮਿਸਾਈਡ। ਹੂਐਵਰ ਕਾਜ਼ਸ ਡੈਥ ਬਾਈ ਡੂਇੰਗ ਐਨੀ ਐਕਟ, ਕੋਈ ਵਿਅਕਤੀ ਹੈ ਮੌਤ ਦਾ ਕਾਰਨ ਬਣ ਜਾਂਦਾ ਹੈ, ਕਿਸੇ ਹੋਰ ਦੀ ਮੌਤ ਦਾ ਕਾਰਨ ਬਣ ਜਾਂਦਾ ਹੈ ਵਿਦ ਦਾ ਇੰਟੈਂਸ਼ਨ ਆਫ ਕਾਜ਼ਿੰਗ ਡੈਥ। ਉਹਦੀ ਟੈਂਸ਼ਨ ਸੀਗੀ ਵੀ ਕਿਸੇ ਹੋਰ ਦੀ ਡੈਥ ਹੋ ਜਾਵੇ, ਵਿਦ ਦਾ ਇੰਟੈਂਸ਼ਨ ਆਫ ਕਾਜ਼ਿੰਗ ਸੱਚ ਬੋਡਲੀ ਇੰਜਰੀ, ਕੋਈ ਨਾ ਕੋਈ ਇੰਨੀ ਕੁ ਉਹਨੂੰ ਸੱਟ ਫੇਟ ਮਰਵਾ ਦਿੰਦਾ ਕਿਸੇ ਵਿਅਕਤੀ ਨੂੰ, ਕਿਸੇ ਲੱਗ ਜਾਵੇ ਉਸ ਵਿਅਕਤੀ ਦੇ ਉਹਦੀ ਟੈਂਸ਼ਨ ਦੇ ਨਾਲ ਕੋਈ ਇਦਾਂ ਦਾ ਐਕਟ ਕਰ ਦਿੰਦਾ, ਉਹ ਕੋਈ ਇਦਾਂ ਦੀ ਕਾਰਵਾਈ ਕਰ ਦਿੰਦਾ ਹੈ ਜਿਹਦੇ ਨਾਲ ਦੂਜੇ ਬੰਦੇ ਨੂੰ ਸੱਟ ਲੱਗਦੀ ਹੈ। ਸੱਟ ਲੱਗਣ ਦੇ ਨਾਲ ਉਹਨੂੰ ਲੱਗਦਾ ਵੀ ਇਹਦੀ ਕਿਤੇ ਮੇਬੀ ਇਹਦੀ ਡੈਥ ਹੋ ਜਾਵੇ ਸੱਟ ਲੱਗਣ ਦੇ ਨਾਲ, ਇਦਾਂ ਦੀ ਕੋਈ ਐਕਟ ਕਰਦਾ ਹੈਗਾ ਉਹ। ਔਰ ਵਿਦ ਦਾ ਨੌਲੇਜ, ਉਹਨੂੰ ਇੰਨੀ ਜਾਣਕਾਰੀ ਵੀ ਹੁੰਦੀ ਹੈ, ਨੌਲੇਜ ਵੀ ਹੁੰਦੀ ਹੈ ਦੈਟ ਹੀ ਇਜ਼ ਲਾਈਕਲੀ ਟੂ ਸੱਚ ਐਕਟ, ਵੀ ਉਹ ਇਦਾਂ ਦਾ ਕੰਮ ਕਰ ਰਿਹਾ ਜਿਹਦੇ ਨਾਲ ਕੋਈ ਦੂਜਾ ਬੰਦਾ ਮਰ ਸਕਦਾ ਹੈ। ਕਮਿਟਸ ਦਾ ਅਫੈਂਸ ਆਫ ਹੋਮਿਸਾਈਡ, ਕਲਪੇਬਲ ਹੋਮਿਸਾਈਡ। ਇਹੋ ਜਿਹੇ ਕੋਈ ਬੰਦਾ ਕੰਮ ਕਰਦਾ ਇਦਾਂ ਦੇ, ਤਾਂ ਉਸ ਨੂੰ ਅਸੀਂ ਕਲਪੇਬਲ ਹੋਮਿਸਾਈਡ ਕਰਦੇ ਹਾਂ। ਮਤਲਬ ਡਾਇਰੈਕਟਲੀ ਤੌਰ ਤੇ ਉਹ ਸੂਟ ਨਹੀਂ ਕਰਦਾ, ਡਾਇਰੈਕਟਲੀ ਤੌਰ ਤੇ ਉਹ ਬੰਦੇ ਨੂੰ ਮਾਰਦਾ ਨਹੀਂ ਹੈਗਾ, ਠੀਕ ਹੈ, ਉਹਦਾ ਮਰਡਰ ਨਹੀਂ ਕਰਦਾ ਹੈਗਾ, ਡਾਇਰੈਕਟਲੀ ਤੌਰ ਤੇ ਉਹ ਗੰਡਾਸਾ ਨਹੀਂ ਮਾਰਦਾ, ਸੱਟ ਨਹੀਂ ਮਾਰਦਾ ਇਦਾਂ ਦੀ, ਪਰ ਕੋਈ ਕੰਮ ਇਹੋ ਜਿਹਾ ਐਕਟ ਕਰ ਦਿੰਦਾ ਹੈ ਜਿਹਦੇ ਨਾਲ ਦੂਜੇ ਬੰਦੇ ਨੂੰ ਸੱਟ ਲੱਗਦੀ ਹੈ, ਠੀਕ ਹੈ, ਜਾਂ ਕਿਸੇ ਹੋਰ ਬੰਦੇ ਨੂੰ ਉਹ ਮਤਲਬ ਕਿ ਇਦਾਂ ਦੀ ਗੱਲ ਕਹਿ ਦਿੰਦਾ ਹੈਗਾ, ਕੁਛ ਨਾ ਕੁਛ ਕਰਵਾ ਦਿੰਦਾ ਉਸ ਤੋਂ, ਦੂਜੇ ਬੰਦੇ ਨੂੰ ਸੱਟ ਫੇਟ ਲੱਗਦੀ ਹੈ। ਸੱਟ ਫੇਟ ਲੱਗਣ ਦੇ ਨਾਲ ਉਹ ਬੰਦੇ ਦੀ ਮੌਤ ਦਾ ਖਤਰਾ ਵੀ ਹੋ ਸਕਦਾ ਜਾਂ ਮੌਤ ਹੋ ਸਕਦੀ ਹੈ ਜਾਂ ਮੌਤ ਹੋ ਗਈ ਹੋਵੇ, ਤਾਂ ਉਹਨੂੰ ਅਸੀਂ ਕਿਹੜਾ ਸੈਕਸ਼ਨ ਜੀ, ਕਿਹੜਾ ਸੈਕਸ਼ਨ ਹੈ? ਸੈਕਸ਼ਨ 299। ਇਸ ਨੂੰ ਅਸੀਂ ਕਲਪੇਬਲ ਹੋਮਿਸਾਈਡ ਕਹਿੰਦੇ ਹਾਂ। ਕ੍ਰਿਮੀਨਲ ਕਾਰਵਾਈਆਂ ਅਸੀਂ ਰੋਜ਼ ਦੇਖਦੇ ਹੈਗੇ ਹਾਂ ਜਦੋਂ ਸਾਡੇ ਕਾਰਵਾਈ ਚੱਲਦੀ ਹੈ ਲੋਕਾਂ ਦੇ ਵਿੱਚ, ਅੱਜ ਕੱਲ੍ਹ ਦੇਖਦੇ ਆ ਜਦੋਂ ਲੜਾਈ ਝਗੜੇ ਹੁੰਦੇ ਆ, ਠੀਕ ਹੈ, ਆਪਾਂ ਕਹਿੰਦੇ ਹਾਂ ਦਫਾ 302 ਲੱਗ ਗਈ, ਦਫਾ 304 ਲੱਗ ਗਈ, ਦਫਾ 307 ਲੱਗ ਗਈ, ਠੀਕ ਹੈ ਜੀ। ਉਹ ਇੱਥੋਂ ਤੁਹਾਨੂੰ ਸਾਰਾ ਡਿਟੇਲ ਪਤਾ ਲੱਗੇਗੀ ਵੀ ਦਫਾ 302 ਕੀ ਹੁੰਦੀ ਹੈ, 304 ਕੀ ਹੁੰਦੀ ਹੈ, ਸੈਕਸ਼ਨ 300 ਕੀ ਹੁੰਦਾ, 299 ਕੀ ਹੁੰਦਾ ਹੈ। 299 ਹੁੰਦਾ ਕਲਪੇਬਲ ਹੋਮਿਸਾਈਡ, ਮਤਲਬ
ਮਨ ਦੇ 'ਚ ਇਰਾਦਾ ਇਹੋ ਜਿਹਾ ਹੈਗਾ, ਕੋਈ ਐਸਾ ਕੰਮ ਕਰਦਾ ਨੇ ਅਸੀਂ ਜਿਹਦੇ ਨਾਲ ਦੂਜੇ ਬੰਦੇ ਨੂੰ ਸੱਟ ਫੇਟ ਲੱਗਦੀ ਹੈ, ਉਹਦੀ ਮੌਤ ਵੀ ਹੋ ਜਾਂਦੀ ਹੈ। ਡਾਇਰੈਕਟਲੀ ਤੌਰ ਤੇ ਅਸੀਂ ਉਸ ਨੂੰ ਮਾਰਦੇ ਨਹੀਂ ਹੈਗੇ, ਇਹ ਹੁੰਦਾ ਕਲਪੇਬਲ ਹੋਮੀਸਾਈਡ। ਇਹਦੇ 'ਚ ਜਿਹੜੀ ਸਜ਼ਾ ਹੁੰਦੀ ਹੈ ਸੈਕਸ਼ਨ 304 ਦੇ ਤਹਿਤ ਹੁੰਦੀ ਹੈ। ਇੱਕ ਐਗਜ਼ਾਮਪਲ ਪੜ੍ਹ ਕੇ ਦੇਖੋ, ਇਹ ਲੇਜ਼ ਸਟਿਕ ਐਂਡ ਟਰਫ ਓਵਰ ਏ ਪਿਟ, ਕੋਈ ਖੱਡਾ ਬਣਿਆ ਹੋਇਆ, ਉਸ ਖੱਡੇ ਦੇ ਉੱਪਰ ਕੋਈ ਵਿਅਕਤੀ ਜਿਹੜਾ ਹੈਗਾ, ਇਹ ਨਾਮ ਦਾ ਕੋਈ ਵਿਅਕਤੀ ਹੈਗਾ, ਉਸ ਖੱਡੇ ਦੇ ਉੱਪਰ ਪਤਲੇ ਪਤਲੇ ਛੱਕੀਆਂ ਜਾਂ ਪਾ ਕੇ ਕੋਈ ਨਾ ਕੋਈ ਉਹਦੇ ਘਾਹ ਫੂਸ ਰੱਖ ਦਿੰਦਾ ਹੈ। ਠੀਕ ਹੈ, ਉਹਦੀ ਮਨਸ਼ਾ ਕੀ ਹੈ? ਵਿਦ ਦ ਇੰਟੈਂਸ਼ਨ ਆਫ ਦੇਅਰ ਬਾਈ ਕਾਜ਼ਿੰਗ ਡੈਥ, ਵੀ ਕੋਈ ਵਿਅਕਤੀ ਪਰਟੀਕੂਲਰ ਜਿਹਨੂੰ ਉਹ ਨੁਕਸਾਨ ਕਰਨਾ ਚਾਹੁੰਦਾ ਹੈ, ਵੀ ਉੱਥੇ ਤੋਂ ਲੰਘੂਗਾ ਤਾਂ ਇਹਦੇ ਖੱਡੇ ਵਿੱਚ ਗਿਰੇਗਾ, ਔਰ ਵਿਦ ਦ ਨੌਲੇਜ that death is likely to be thereby caused, ਉਹਨੂੰ ਇਹ ਵੀ ਜਾਣਕਾਰੀ ਵੀ ਇਹਦੀ ਮੌਤ ਵੀ ਹੋ ਸਕਦੀ ਹੈ ਇੱਦਾਂ ਦੀ ਉਹ ਕਾਰਵਾਈ ਕਰਦਾ ਹੈ। ਜੱਟ ਬਲੀਵਿੰਗ ਦ ਗਰਾਊਂਡ ਟੂ ਬੀ ਫਰਮ, ਜਿਹੜਾ ਜੱਟ ਹੈਗਾ ਉਸ ਨੂੰ ਜ਼ਮੀਨ ਸਮਝ ਕੇ ਉਹਦੇ ਉੱਪਰ ਦੀ ਲੰਘਦਾ ਤੇ ਖੱਡੇ ਵਿੱਚ ਗਿਰ ਜਾਂਦਾ ਹੈ, ਫਾਲਸ ਇਨ ਐਂਡ ਇਜ਼ ਕਿਲਡ, ਤੇ ਉਹਦੀ ਡੈਥ ਹੋ ਜਾਂਦੀ ਹੈ। ਇਹ ਹੈਜ਼ ਕਮਿਟਡ ਦ ਆਫੈਂਸ ਆਫ ਕਲਪੇਬਲ ਹੋਮੀਸਾਈਡ। ਇੱਥੇ ਜਿਹੜਾ ਇਹ ਹੈਗਾ ਉਸਨੇ ਆਫੈਂਸ ਕਮਿਟ ਕੀਤਾ ਹੈ, ਉਸ ਆਫੈਂਸ ਨੂੰ ਅਸੀਂ ਕੀ ਕਹਿੰਦੇ ਆ? ਕਲਪੇਬਲ ਹੋਮੀਸਾਈਡ ਕਹਾਂਗੇ, ਇਹਨੂੰ ਮਰਡਰ ਨਹੀਂ ਕਹਾਂਗੇ ਅਸੀਂ। ਠੀਕ ਹੈ, ਇਸ ਦੇ ਵਿੱਚ ਜਿਹੜੀ ਸੈਕਸ਼ਨ ਸਜ਼ਾ ਹੋਏਗੀ ਉਹ ਸੈਕਸ਼ਨ 304 ਦੇ ਤਹਿਤ ਅੱਗੇ ਜਾ ਕੇ ਆਪਾਂ ਪੜਾਂਗੇ, ਉਹ ਸਜ਼ਾ ਉਹਨੂੰ ਹੋਏਗੀ। ਇੱਕ ਐਗਜ਼ਾਮਪਲ ਹੋਰ ਲੈ ਲਓ, ਹੋਰ ਕਲੀਅਰ ਹੋ ਜਾਏਗਾ। ਇਹ ਨੋਜ਼ ਜੈਡ ਟੂ ਬੀ ਬਿਹਾਈਂਡ ਏ ਬੁਸ਼, ਇਹਨੂੰ ਪਤਾ ਹੈ ਵੀ ਜਿਹੜਾ ਜੈਡ ਹੈਗਾ ਉਹ ਕਿਸੇ ਝਾੜੀ ਦੇ ਪਿਛਲੇ ਪਾਸੇ ਹੈਗਾ। ਬੀ ਡਜ਼ ਨਾਟ ਨੋ, ਬੀ ਉਹਦੇ ਨਾਲ ਖੜਾ ਪਰ ਉਹਨੂੰ ਨਹੀਂ ਪਤਾ। ਬੀ ਡਜ਼ ਨਾਟ know it, A intending to cause or knowing to be likely to cause Jed's death, ਇਹ ਜਾਣਬੁੱਝ ਕੇ ਵੀ ਜੈਡ ਦੀ ਮੌਤ ਹੋ ਜਾਵੇ। ਠੀਕ ਹੈ, induces B to fire at the bush, ਉਹਨੂੰ ਕਹਿੰਦਾ ਫਾਇਰ ਤੇ ਬੁਸ਼ ਕਰ, ਉਹ ਮਾਰ, ਗੋਲੀ ਮਾਰ। ਕੋਈ ਇੱਕ ਮੇਬੀ ਕੋਈ ਉੱਥੇ ਕੋਈ ਐਨੀਮਲ ਹੋਵੇ ਜਿਹਨੂੰ ਮਾਰਨਾ ਚਾਹੁੰਦਾ ਹੋਵੇ, ਇਹ ਸਮਝ ਕੇ ਦੱਸ ਕੇ ਇਦਾਂ ਦਾ ਇੰਡਿਊਸ ਕਰਦਾ ਉਸ ਨੂੰ, ਪਰ ਇਹਨੂੰ ਪਤਾ ਹੈ ਵੀ ਉਹਦੇ ਪਿੱਛੇ ਜੱਡ ਹੈ ਜਿਹਨੂੰ ਉਹ ਮਾਰਨਾ ਚਾਹੁੰਦਾ ਹੈ। ਬੀ ਨੂੰ ਇੰਡਿਊਸਸ ਕਰਦਾ ਹੈ, ਇੰਡਿਊਸਸ ਬੀ ਟੂ ਫਾਇਰ ਐਟ ਦਾ ਬੁਸ਼, ਵੀ ਬੁਸ਼ ਦੇ ਉੱਪਰ ਤੂੰ ਫਾਇਰ ਕਰ ਦੇ। ਬੀ ਫਾਇਰਸ ਐਂਡ ਕਿਲਸ ਜੈਡ, ਬੀ ਫਾਇਰ ਕਰ ਦਿੰਦਾ ਹੈ ਤੇ ਜੈਡ ਦੀ ਮੌਤ ਹੋ ਜਾਂਦੀ ਹੈ। ਹੇਅਰ ਬੀ ਮੇ ਬੀ ਗਿਲਟੀ ਆਫ ਨੋ ਅਫੈਂਸ, ਜਿਹੜਾ ਬੀ ਹੈਗਾ ਉਹਨੇ ਕੋਈ ਜਾਣਬੁੱਝ ਕੇ ਉਹਨੂੰ ਜੈਡ ਨੂੰ ਨਹੀਂ ਮਾਰਿਆ ਹੈਗਾ, ਬਟ ਇਹ ਹੈਜ਼ ਕਮਿਟਡ ਦਾ ਅਫੈਂਸ ਆਫ ਕਲਪੇਬਲ ਹੋਮੀਸਾਈਡ, ਪਰ ਜਿਹੜਾ ਇਹ ਹੈਗਾ ਉਹ ਦੋਸ਼ੀ ਹੈ। ਠੀਕ ਹੈ, ਉਹਦੇ ਤੇ ਸੈਕਸ਼ਨ 299 ਕਲਪੇਬਲ ਹੋਮੀਸਾਈਡ ਲੱਗੇਗੀ, 300 ਨਹੀਂ ਲੱਗਦੀ। ਇੱਕ ਐਗਜ਼ਾਮਪਲ ਹੋਰ ਦੇਖ ਰਹੇ ਹਾਂ, ਏ ਬਾਈ ਸ਼ੂਟਿੰਗ ਐਟ ਏ ਫਾਊਲ, ਇੱਕ ਪੰਛੀ ਹੈਗਾ ਉਹਦੇ ਉੱਪਰ ਸ਼ੂਟਿੰਗ ਕਰਦਾ ਹੈ ਵਿਦ ਇੰਟੈਂਟ ਟੂ ਕਿਲ ਐਂਡ ਸਟੀਲ, ਪੰਛੀ ਨੂੰ ਮਾਰ ਕੇ ਚੁੱਕ ਕੇ ਲੈ ਕੇ ਜਾਣ ਦੀ ਕਦਰ, ਚੋਰੀ ਮੇਬੀ ਕੋਈ ਪੰਛੀ ਇਦਾਂ ਦਾ ਹੋਵੇ। ਠੀਕ ਹੈ, ਇਹ ਸ਼ੂਟਿੰਗ ਕਰਦਾ ਹੈ, ਕਿਲਸ ਬੀ ਹੂ ਇਜ਼ ਬਿਹਾਈਂਡ ਏ ਬੁਸ਼, ਮੌਤ ਵੀ ਦੀ ਹੋ ਜਾਂਦੀ ਹੈ। ਬੁਸ਼ ਦੇ ਪਿੱਛੇ ਜਿਹੜਾ ਹੈਗਾ ਸੀ ਕੋਈ ਬੀ ਨਾਂ ਦਾ ਵਿਅਕਤੀ ਸੀਗਾ, ਉਹਦੀ ਮੌਤ ਹੋ ਜਾਂਦੀ ਹੈ। ਇਹ ਨਾਟ ਨੋਇੰਗ ਦੈਟ ਹੀ ਵਾਜ਼ ਹੇਅਰ ਆਲਦੋ ਏ ਵਾਜ਼ ਡੂਇੰਗ ਐਨ ਅਨਲੌਫੁਲ ਐਕਟ, ਬੇਸ਼ੱਕ ਜਿਹੜਾ ਏ ਸੀਗਾ ਉਹਨੇ ਵੀ ਅਨਲੌਫੁਲ ਐਕਟ ਕੀਤਾ ਹੈ, ਕਿਉਂਕਿ ਉਹ ਪੰਛੀ ਨੂੰ ਮਾਰਨਾ ਸੀ ਜਿਹੜਾ ਉਹ ਵੀ ਲੀਗਲੀ ਤੌਰ ਤੇ ਇਲੀਗਲ ਸੀਗਾ, ਲਾਫੁਲ ਨਹੀਂ ਸੀਗਾ। ਆਲਦੋ ਏ ਵਾਜ਼ ਡੂਇੰਗ ਐਨ ਅਨਲੌਫੁਲ ਐਕਟ, he was not guilty of culpable homicide, as he did not intend to kill B or to cause death by doing an act that he knew was likely to cause death. ਇੱਥੇ ਉਹ ਜਿਹੜਾ culpable homicide ਉਹ ਤੇ ਨਹੀਂ ਬਣਦਾ ਹੈਗਾ, he was not guilty of culpable homicide, ਕਿਉਂਕਿ ਉਹਨੇ ਪੰਛੀ ਨੂੰ ਮਾਰਨਾ ਸੀ, ਮਰ ਗਿਆ ਕੋਈ ਹੋਰ। ਠੀਕ ਹੈ, ਇਹਦੇ ਇੱਕ ਦੋ ਐਕਸਪਲੇਨਸ਼ਨਸ ਹੈਗੀਆਂ ਨੇ, ਉਹ ਦੇਖ ਲੈਂਦੇ ਆ। ਐਕਸਪਲੇਨੇਸ਼ਨ ਮੰਚ ਕੀ ਹੈ, ਹੋਰ ਐਕਸਪਲੇਨ ਕੀਤਾ ਗਿਆ ਹੈ। A person who causes bodily injury to another, ਕਿਸੇ ਵਿਅਕਤੀ ਨੂੰ ਕੋਈ ਬੋਡਲੀ ਇੰਜਰੀ ਦੇਣਾ ਚਾਹੁੰਦਾ ਹੈ, ਨੁਕਸਾਨ ਕਰਨਾ ਚਾਹੁੰਦਾ ਹੈ ਸਰੀਰਕ ਤੌਰ ਤੇ ਕੋਈ ਸੱਟ ਫੇਟ ਦੇ ਰਾਹੀਂ, ਜਿਹੜਾ ਕਿ ਆਲਰੇਡੀ ਪਹਿਲਾਂ ਹੀ ਡਿਜ਼ੀਜ਼ ਮਤਲਬ ਕਿ ਉਹ ਪਹਿਲਾਂ ਤੋਂ ਹੀ ਬਿਮਾਰ ਹੈਗਾ, ਐਂਡ ਦੇਅਰ ਬਾਈ ਐਕਸੀਲਰੇਟਸ ਦਾ ਡੈਥ, ਜਿਸ ਕਰਕੇ ਉਹਦੀ ਮਤਲਬ ਮੌਤ ਹੋ ਜਾਂਦੀ ਹੈ। ਉਸ ਵਿਅਕਤੀ ਜਿਹੜਾ ਪਹਿਲਾਂ ਤੋਂ ਹੀ ਜ਼ਖਮੀ ਹੈ ਉਹਨੂੰ ਕੋਈ ਨਾ ਕੋਈ ਹੋਰ ਜ਼ਖਮ ਦੇ ਦਿੰਦੇ ਆ, ਤੇ ਸ਼ੈਲ ਬੀ ਡੀਮਡ ਟੂ ਹੈਵ ਕਾਜ਼ਡ ਹਿਸ ਡੈਥ। ਮਤਲਬ ਕਿ ਇਹ ਜਿਹੜਾ ਕਾਰਨ ਬਣਿਆ ਡੈਥ ਦਾ, ਕੌਣ ਬਣਿਆ ਕਾਰਨ ਡੈਥ ਦਾ? ਜਿਸ ਵਿਅਕਤੀ ਨੇ ਉਸਨੂੰ ਇੰਜਰੀ ਦਿੱਤੀ, ਉਹ ਡੈਥ ਦਾ ਕਾਰਨ ਬਣ ਗਿਆ। ਇੱਥੇ ਵੀ ਫਿਰ ਕੀ ਹੋਏਗਾ, ਜਿਹੜਾ ਕਲਪੇਬਲ ਹੋਮੀਸਾਈਡ ਲੱਗ ਜਾਏਗਾ ਉਹਦੇ ਉੱਤੇ। ਐਕਸਪਲੇਨੇਸ਼ਨ 2 ਕੀ ਹੈ, ਵੇਅਰ ਡੈਥ ਇਜ਼ ਕਾਜ਼ਡ ਬਾਈ ਬੋਡਲੀ ਇੰਜਰੀ, ਡੈਥ ਕਿਉਂ ਹੋਈ ਹੈ? ਬੋਡਲੀ ਇੰਜਰੀ ਦੇ ਕਾਰਨ ਹੋਈ ਹੈ।
The person who causes such bodily injury shall be deemed to have caused the death, although restoring the to proper remedies, ਜੇਕਰ ਉਹਦੀ proper remedies ਕੀਤੀ ਜਾਂਦੀ, treatment ਕੀਤਾ ਜਾਂਦਾ, the death might have been prevented, ਮੌਤ ਨੂੰ ਰੋਕਿਆ ਜਾ ਸਕਦਾ ਸੀਗਾ। ਠੀਕ ਹੈ, ਫਿਰ ਵੀ ਉਹਦੇ ਤੇ ਜਿਹੜਾ ਹੈਗਾ ਇਹ culpable homicide ਲੱਗ ਗਿਆ, ਸੈਕਸ਼ਨ 299 ਲੱਗ ਗਈ। ਇਸੇ ਤਰੀਕੇ ਹੈਗਾ the causing of death of child in my mother's womb is not homicide। ਮਦਰ ਦੀ ਬੌਂਬ ਦੇ ਵਿੱਚ ਜੇ ਕੋਈ ਬੱਚੇ ਦੀ ਕਿਸੇ ਡੈਥ ਹੋ ਜਾਂਦੀ ਹੈ, ਠੀਕ ਹੈ, ਉਹ ਕਲਪੇਬਲ ਹੋਮਿਸਾਈਡ 'ਚ ਨਹੀਂ ਆਉਂਦੀ, ਬਟ ਕਹਿੰਦਾ ਫਿਰ ਨਾਲ ਹੀ ਕਲੀਅਰ ਕਰ ਦਿੰਦੇ ਆ ਵੀ ਜੇਕਰ ਉਸ ਬੱਚੇ ਨੂੰ ਪਹਿਲਾਂ ਤੋਂ ਹੀ ਕੋਈ ਮਤਲਬ ਕਿ ਬਾਹਰ ਨਿਕਾਲਣ ਦੀ ਕੋਸ਼ਿਸ਼ ਕੀਤੀ ਜਾਵੇ, if any part of that child has been brought forth, though the child may not have breathed or been completely born, ਬੇਸ਼ੱਕ ਜਿਹੜਾ ਬੱਚਾ ਸੀਗਾ ਉਹ ਜੇ ਸਾਹ ਨਹੀਂ ਸੀ ਲੈਂਦਾ ਤੇ ਨਾ ਹੀ ਉਹ ਕੰਪਲੀਟਲੀ ਬੋਰਨ ਹੋਇਆ, ਤਾਂ ਫਿਰ ਵੀ ਜੇ ਉਸਨੂੰ ਆਲਰੇਡੀ ਪਹਿਲਾਂ ਤੋਂ ਹੀ ਬਗੈਰ ਉਸਦੀ ਬਰਥ ਮਤਲਬ ਕਿ ਨੈਚੁਰਲ ਬਰਥ ਤੋਂ ਪਹਿਲਾਂ ਜੇ ਉਸਦਾ ਕੋਈ ਜਿਹੜਾ ਪਾਰਟ ਹੈਗਾ ਬਾਹਰ ਨਿਕਾਲਦੇ ਆ ਤਾਂ ਉਹ ਕਲਪੇਬਲ ਹੋਮਿਸਾਈਡ ਦੀ ਧਾਰਾ ਦੇ ਵਿੱਚ ਆ ਜਾਂਦਾ ਹੈ। ਨੈਕਸਟ ਹੈਗਾ ਸੈਕਸ਼ਨ 300 ਮਰਡਰ। ਜਿਹੜਾ ਇਹ ਕਲਪੇਬਲ ਹੋਮਿਸਾਈਡ ਹੈਗਾ ਇਹੀ ਅੱਗੇ ਜਾ ਕੇ ਮਰਡਰ ਬਣ ਜਾਂਦਾ ਹੈ। ਮਰਡਰ ਕਿਉਂ ਬਣ ਜਾਂਦਾ ਹੈ ਤੇ ਉੱਥੇ ਅਟੈਂਸ਼ਨ ਕੀ ਸੀ ਬੰਦੇ ਦੀ? ਕਲਪੇਬਲ ਐਕਸੈਪਟ ਇਨ ਦਾ ਕੇਸਿਸ ਹੈ ਐਕਸੈਪਟਡ, ਕੁਝ ਐਕਸੈਪਸ਼ਨਸ ਅੱਗੇ ਜਾ ਕੇ ਦਿੱਤੀਆਂ ਗਈਆਂ ਨੇ, ਉਹਨੂੰ ਛੱਡ ਕੇ ਕੁਝ ਐਕਸੈਪਸ਼ਨ ਦਿੱਤੀਆਂ ਗਈਆਂ ਨੇ ਮਰਡਰ ਦੇ ਸੰਬੰਧ ਵਿੱਚ, ਉਹਨਾਂ ਨੂੰ ਛੱਡ ਕੇ ਕੀ ਕਿਹਾ ਗਿਆ ਵੀ ਕਲਪੇਬਲ ਹੋਮਿਸਾਈਡ ਇਜ਼ ਮਰਡਰ। ਕਦੋਂ ਮਰਡਰ ਬਣਦਾ ਕਲਪੇਬਲ ਹੋਮਿਸਾਈਡ? ਉੱਪਰ ਅਸੀਂ 299 ਵਿੱਚ ਪੜ੍ਹ ਕੇ ਗਏ ਵੀ ਕਲਪੇਬਲ ਹੋਮਿਸਾਈਡ ਹੈ ਉਹਦੀ ਸਜ਼ਾ ਹੁੰਦੀ ਹੈ, ਅੱਗੇ ਜਾ ਕੇ 304 ਦਰਸਾਈ ਗਈ ਹੈ, ਪਰ ਕਈ ਥਾਂ ਤੇ ਕੀ ਹੁੰਦਾ ਹੈ ਜਿਹੜਾ ਕਲਪੇਬਲ ਹੋਮਿਸਾਈਡ ਹੁੰਦਾ ਉਹ ਵੀ ਮਰਡਰ ਬਣ ਜਾਂਦਾ ਹੈ ਜਦੋਂ ਕੋਈ ਵਿਅਕਤੀ ਉਹਨੂੰ ਸਾਬਤ ਕਰ ਦੇਵੇ। ਕੀ ਸਾਬਤ ਕਰ ਦੇਵੇ? if the act by which the death is caused is done, ਜਿਹੜਾ ਕੋਈ ਐਕਟ ਕੀਤਾ ਗਿਆ ਉਹ ਇਸ ਮਤਲਬ ਕਿ ਮਨਸ਼ਾ ਨਾਲ ਕੀਤਾ ਗਿਆ, ਦੂਜੇ ਨੂੰ ਮਾਰਨ ਦੀ ਖਾਤਰ ਕੀਤਾ ਗਿਆ। ਇੰਜਰੀ ਕਰਨਾ ਹੋਰ ਚੀਜ਼ ਹੈ, ਬੰਦੇ ਨੂੰ ਮਾਰਨ ਦੀ ਖਾਤਰ ਕੀਤਾ ਗਿਆ ਕੋਈ ਐਕਟ, ਠੀਕ ਹੈ, ਤਾਂ ਉਹ ਜਿਹੜਾ ਹੋਮਿਸਾਈਡ ਹੈਗਾ ਉਹ ਮਰਡਰ ਬਣ ਜਾਂਦਾ ਹੈ। ਜੇ ਅਟੈਂਸ਼ਨ ਮਾੜੀ ਸੀ ਬੰਦੀ ਮੰਦ ਭਾਵਨਾ ਦੇ ਨਾਲ ਕੋਈ ਕੰਮ ਕੀਤਾ ਗਿਆ ਵੀ ਉਹ ਦੂਜੇ ਬੰਦੇ ਨੂੰ ਮਾਰਨਾ ਮੈਨੇ, ਇੱਦਾਂ ਦਾ ਕੋਈ ਕਾਰਵਾਈ ਕਰਦੇ, ਡਾਇਰੈਕਟ ਹਮਲਾ ਨਹੀਂ ਕੀਤਾ, ਠੀਕ ਹੈ, ਤਾਂ ਜਦੋਂ ਇੰਟੈਂਸ਼ਨ ਮਾੜੀ ਹੁੰਦੀ ਹੈ, ਮੈਲਾਫੈਂਟ ਇੰਟੈਂਸ਼ਨ ਹੁੰਦੀ ਹੈ ਫਾਰ ਦਾ ਪਰਪਸ ਟੂ ਕਾਜ਼ ਦਾ ਡੈਥ ਟੂ ਅਦਰ ਪਰਸਨ, ਦੈਨ ਮਰਡਰ ਜਿਹੜਾ ਕਲਪੇਬਲ ਹੋਮਿਸਾਈਡ ਬਿਕਮਸ ਦਾ ਮਰਡਰ। ਸੈਕੰਡਲੀ ਤੌਰ ਤੇ ਕੀ ਹੈਗਾ? if it is done with the intention of causing such bodily injury, ਜਾਂ ਇਹੋ ਜਿਹੀ ਮੰਦ ਭਾਵਨਾ ਹੋਵੇ ਵੀ ਉਹ ਬੰਦੇ ਨੂੰ ਬੋਡਲੀ ਇੰਜਰੀ ਹੋ ਜਾਵੇ, ਬੋਡਲੀ ਇੰਜਰੀ ਵੀ ਇੰਨੀ ਹੋ ਜਾਵੇ ਜਿਹਦੇ ਨਾਲ ਉਹਦੀ ਜਿਹੜੀ ਹੈਗੀ ਹੈ ਮੌਤ ਹੋ ਜਾਵੇ, ਮਤਲਬ ਕਿ ਗੰਭੀਰ ਸੱਟਾਂ ਲੱਗ ਜਾਣ ਕਿਸੇ ਵਿਅਕਤੀ ਦੇ। ਬੋਡਲੀ ਇੰਜਰੀ ਐਜ਼ ਦਾ ਅਫੈਂਡਰ ਨੋਜ਼, ਅਫੈਂਡਰ ਨੂੰ ਪਤਾ ਹੈ ਵੀ ਕਿੰਨੀ ਬੋਡਲੀ ਇੰਜਰੀ ਹੈ ਜਿਹਦੇ ਨਾਲ ਜਿਹੜੀ ਹੈ ਮੌਤ ਹੋ ਸਕਦੀ ਹੈ ਬੰਦੇ ਦੀ। ਟੂ ਲਾਈਕਲੀ ਟੂ ਕਾਜ਼ ਦਾ ਡੈਥ ਦਾ ਪਰਸਨ ਟੂ ਹੂਮ ਦਾ ਹਾਰਮ ਇਜ਼ ਕਾਜ਼ਡ, ਜਿਹੜੇ ਵਿਅਕਤੀ ਨੂੰ ਇਹ ਨੁਕਸਾਨ ਪਹੁੰਚਾਇਆ ਜਾ ਰਿਹਾ, ਬੋਡਲੀ ਇੰਜਰੀ ਦਿੱਤੀ ਜਾ ਰਹੀ ਹੈ, ਉਹ ਇੰਨੀ ਗੰਭੀਰ ਹੈ ਜਿਹਦੇ ਨਾਲ ਉਹਦੀ ਮੌਤ ਹੋ ਜਾਏਗੀ, ਤਾਂ ਜਿਹੜਾ ਹੈਗਾ ਇਸ ਕੇਸ ਦੇ ਵਿੱਚ ਵੀ ਜਿਹੜਾ ਹੈਗਾ ਉਹ ਕਲਪੇਬਲ ਹੋਮਿਸਾਈਡ ਜਿਹੜਾ ਹੈਗਾ ਉਹ ਮਰਡਰ ਬਣ ਜਾਂਦਾ ਹੈ। ਥਰਡਲੀ ਕੀ ਹੈਗਾ? if it is done with the intention of causing bodily injury or to any person and the bodily injury intended to be inflicted is sufficient in the ordinary course of nature to cause death, ਮਤਲਬ ਕਿ ਇੰਨੀ ਕੁ ਬੋਡਲੀ ਇੰਜਰੀ ਜਿਹੜੀ ਸਫੀਸ਼ੀਐਂਟ ਹੈ ਮੌਤ ਦਾ ਕਾਰਨ ਬਣ ਜਾਂਦੀ ਹੈ। to any person and the bodily injury intended to be inflicted is sufficient in the ordinary course of nature, ਪਤਾ ਹੈ ਵੀ ਜੇ ਹੁਣ ਜਿਵੇਂ ਹਾਰਟ ਦੇ ਵਿੱਚ ਲੱਗੀ ਕੋਈ ਬੋਡਲੀ ਇੰਜਰੀ ਕਰ ਦਿੱਤੀ ਤਾਂ ਬੰਦਾ ਮੌਤ ਹੋਏਗੀ, ਇੱਦਾਂ ਦੀ ਬੋਡਲੀ ਇੰਜਰੀ ਆਪਾਂ ਨੂੰ ਹਰ ਨੂੰ ਪਤਾ ਹੈ ਵੀ ਉਹਦੇ ਵਿੱਚ ਬੰਦੇ ਦੀ ਮੌਤ ਹੋਣੀ ਹੈਗੀ ਹੈ, ਇੱਦਾਂ ਦੀ ਬੋਡਲੀ ਇੰਜਰੀ ਜਾਂਦੀ ਕਿਸੇ ਨੂੰ। ਫੋਰਥਲੀ ਫਿਰ ਕੀ ਹੈਗਾ? if the person committing the act knows that it is so eminently dangerous, ਵੀ ਜਿਹੜਾ ਐਕਟ ਮੈਂ ਕਰ ਰਿਹਾ ਉਹ ਇੰਨਾ ਖਤਰਨਾਕ ਹੈਗਾ, that it must in all probability, ਸੰਭਾਵਨਾ ਪੂਰੀ, ਕਾਜ਼ ਡੈਥ ਔਰ ਸੱਚ ਬੋਡਲੀ ਇੰਜਰੀ, ਜਾਂ ਤਾਂ ਮੌਤ ਹੋਣ ਦੀ ਸੰਭਾਵਨਾ ਜਾਂ ਇੰਨੀ ਬੋਡਲੀ ਇੰਜਰੀ ਹੋ ਜਾਏਗੀ ਜਿਹਦੇ ਨਾਲ ਫਿਰ ਜਾ ਕੇ ਡੈਥ ਹੋ ਜਾਏਗੀ। ਕਮਿਟ ਸੱਚ ਐਕਟ ਵਿਦਾਊਟ ਐਨੀ ਐਕਸਕਿਊਜ਼ ਫਾਰ ਇਨਕਰਿੰਗ ਦਾ ਰਿਸਕ ਆਫ ਕਾਜ਼ਿੰਗ ਡੈਥ, ਮਤਲਬ ਉਹ ਰਿਸਕ ਲੈਂਦਾ ਹੈ, ਪਤਾ ਹੈ ਉਸਨੂੰ ਐਡਾ ਰਿਸਕ ਦੇ ਲੈ ਉੱਤੇ ਕੋਈ ਨਾ ਕੋਈ ਕੰਮ ਇੱਦਾਂ ਦਾ ਕਰ ਦਿੰਦਾ ਹੈ ਜਿਹਦੇ ਨਾਲ ਦੂਜੇ ਬੰਦੇ ਦੀ ਜਿਹੜੀ ਮੌਤ ਹੋ ਜਾਂਦੀ ਹੈ। ਇੱਕ ਐਗਜ਼ਾਮਪਲ ਦੇਖ ਲੈਂਦੇ ਹਾਂ ਅਸੀਂ, A shoots Z with the intention of killing him, ਠੀਕ ਹੈ, A shoots Z with the intention of killing him, ਉਹਨੂੰ ਮਾਰਨ ਦੀ ਖਾਤਰ ਸ਼ੂਟ ਕਰਦਾ ਹੈ, Z dies in consequence, ਇਹ commits murder, ਇਹਨੂੰ ਡਾਇਰੈਕਟ ਅਸੀਂ ਕਹਿੰਦੇ ਵੀ ਇਹ ਮਰਡਰ ਕੀਤਾ ਉਸਨੇ।
ठीक है। ਇਹਨੂੰ ਅਸੀਂ ਕਲਪੇਬਲ ਹੋਮਿਸਾਈਡ ਨਹੀਂ ਕਹਾਂਗੇ, ਇਹਦੇ ਪਰ ਸੈਕਸ਼ਨ ਜਿਹੜੀ ਹੈਗੀ ਹੈ 300 ਦੇ ਤਹਿਤ ਮਰਡਰ ਹੋਇਆ ਤੇ 302 ਦੇ ਤਹਿਤ ਇਹਦੀ ਸਜ਼ਾ ਸੁਣਾਈ ਜਾਏਗੀ। ਇੱਕ ਐਗਜ਼ਾਮਪਲ ਹੋਰ ਦੇਖ ਲੈਂਦੇ ਆ। ਸੀ ਐਗਜ਼ਾਮਪਲ ਹੈ, he initially gives Jed a sword cut, ਤਲਵਾਰ ਮਾਰਦਾ ਹੈ ਇਹ ਜੈਡ ਦੇ, ਠੀਕ ਹੈ। ਕਲਬ ਬਾਉਂਡ sufficient to cause the death of a man in the ordinary course of nature, ਪਤਾ ਹੈ ਵੀ ਜਿੱਥੇ ਇਸ ਜਗ੍ਹਾ ਤੇ ਤਲਵਾਰ ਮਾਰੀ ਗਈ ਹੈ ਜਿੱਥੇ ਮਤਲਬ ਕਿ ਇੰਨੀ ਜਿਹੜੀ ਹੈਗੀ ਆ ਉਸਨੂੰ ਜ਼ਖਮ ਦਿੱਤਾ ਹੈ ਵੀ ਜਿਹਦੇ ਨਾਲ ਮੌਤ ਹੋਣੀ ਹੈ। ਜੈਡ ਡਾਈਜ਼ ਇਨ ਕੰਸੀਕੁਐਂਸ ਹੇਅਰ ਏ ਗਿਲਟੀ ਆਫ ਮਰਡਰ, ਠੀਕ ਹੈ ਜੀ। ਇਹਦੇ ਉੱਪਰ ਜਿਹੜਾ ਮਰਡਰ ਦਾ ਦੋਸ਼ ਲੱਗੇਗਾ ਤੇ ਜਿਸ ਕਰਕੇ ਜਿਹੜੀ ਹੈਗੀ ਹੈ ਜੈਡ ਦੀ ਡੈਥ ਹੋਈ ਹੈ। ਇੱਕ ਹੋਰ ਐਗਜ਼ਾਮਪਲ ਦੇਖਦੇ ਹਾਂ, ਡੀ ਏ ਵਿਦਆਊਟ ਐਨੀ ਐਕਸਕਿਊਜ਼ fires a loaded cannon into a crowd of persons, ਵਿਅਕਤੀਆਂ ਦੀ ਕੋਈ ਕਰਾਊਡ ਹੈਗੀ ਹੈ ਉੱਥੇ ਫਾਇਰ ਕਰ ਦਿੰਦਾ ਹੈ, ਜਦੋਂ ਪਤਾ ਵੀ ਜੇ ਫਾਇਰ ਕਰਾਂਗੇ ਤਾਂ ਕੋਈ ਨਾ ਕੋਈ ਤਾਂ ਮਰੂਗਾ ਹੀ, ਐਂਡ ਕਿਲਸ ਵਨ ਆਫ them, ਉਸ ਜਿਹੜੀ ਕਰਾਊਡ ਹੁੰਦੀ ਹੈ ਕਰਾਊਡ ਦੇ ਵਿੱਚ ਇੱਕ ਬੰਦਾ ਦੀ ਡੈਥ ਹੋ ਜਾਂਦੀ ਹੈ। is guilty of murder although he may not have had a premeditated design to kill, ਬੇਸ਼ੱਕ ਉਹਨੇ ਪਹਿਲਾਂ ਕੋਈ ਡਿਜ਼ਾਈਨ ਨਹੀਂ ਕੀਤਾ ਸੀਗਾ, ਪਹਿਲਾਂ ਉਹਦੀ ਕੋਈ ਪਲੈਨਿੰਗ ਨਹੀਂ ਸੀਗੀ, ਪਰ ਫਿਰ ਵੀ ਉਹ ਭੀੜ ਦੇ ਉੱਪਰ ਜਿਹੜੀ ਗੋਲੀ ਮਾਰਦਾ ਹੈਗਾ to kill any particular individual, ਉਹ particular individual ਨੂੰ ਮਾਰਨਾ ਨਹੀਂ ਸੀ ਚਾਹੁੰਦਾ ਬੇਸ਼ੱਕ ਕਿਸੇ ਨੂੰ, ਪਰ ਫਿਰ ਵੀ ਉਹ ਜਦੋਂ ਗੋਲੀ ਮਾਰਦਾ ਕੋਈ ਬੰਦੇ ਦੀ ਡੈਥ ਹੋ ਜਾਂਦੀ ਹੈ, ਉਹ ਵੀ ਮਰਡਰ ਦੇ ਕੇਸ ਦੇ ਵਿੱਚ ਆਏਗਾ, ਉਹਦੇ ਵੀ ਸੈਕਸ਼ਨ ਇਹ 300 ਲੱਗ ਜਾਂਦੀ ਹੈ। ਇਹਦੀਆਂ ਕੁਝ ਐਕਸੈਪਸ਼ਨਸ ਹੈਗੀਆਂ ਨੇ, ਯਾਨੀ ਕਿ ਮਰਡਰ ਕਰਨ ਦੇ ਵਿੱਚ ਜਿਹੜਾ ਦੋਸ਼ੀ ਹੈਗਾ ਉਹਨੂੰ ਮੌਤ ਦੀ ਸਜ਼ਾ ਜੋ ਵੀ ਸਜ਼ਾ ਮਿਲਦੀ ਹੈਗੀ ਹੈ ਸੈਕਸ਼ਨ 302 ਦੇ ਤਹਿਤ। ਫਿਰ ਜੇ ਕੋਈ ਮਰਡਰ ਕਰਦਾ ਹੈ, ਠੀਕ ਹੈ, ਉਹਦੇ ਕੁਝ ਐਕਸੈਪਸ਼ਨਸ ਹੈਗੀਆਂ ਜਿਹਦੇ ਤੇ ਸਾਰੀ ਲੜਾਈ ਚੱਲਦੀ ਹੈ, ਕੋਰਟ 'ਚ ਪ੍ਰੋਸੀਡਿੰਗ ਚੱਲਦੀਆਂ ਇਸੇ ਗੱਲ ਤੇ ਚੱਲਦੀਆਂ ਨੇ ਵੀ ਇਹ ਐਕਸੈਪਸ਼ਨ ਦੇ ਵਿੱਚ ਆਉਂਦਾ ਜਾਂ ਨਹੀਂ ਆਉਂਦਾ। ਜਿਹੜੇ ਐਡਵੋਕੇਟਸ ਹੁੰਦੇ ਆ ਦੋਨੋਂ ਪਾਰਟੀਆਂ ਦੇ, ਉਹ ਪ੍ਰੋਸੀਡਿੰਗ ਦੇ ਵਿੱਚ ਇਹੀ ਚੀਜ਼ ਨੂੰ ਪ੍ਰੂਵ ਕਰਦੇ ਆ ਵੀ ਮਰਡਰ ਹੋਇਆ ਤਾਂ ਕਿਉਂ ਹੋਇਆ, ਟੈਨਸ਼ਨ ਕੀ ਸੀਗੀ, ਅਫੈਂਡਰ ਦੀ ਕੀ ਟੈਨਸ਼ਨ ਸੀ, ਜਾਂ ਅਫੈਂਡਰ ਨੂੰ ਕੋਈ ਪ੍ਰੋਵੋਕੇਸ਼ਨ ਕੀਤੀ ਗਈ, ਪ੍ਰੋਵੋਕ ਕੀਤਾ ਗਿਆ, ਜਾਣਬੁੱਝ ਕੇ ਉਸਨੂੰ ਉਕਸਾਇਆ ਗਿਆ ਤਾਂ ਕਿ ਉਹ ਮਤਲਬ ਕਿ ਉਹਨੂੰ ਇੰਨਾ ਉਕਸਾ ਦਿੱਤਾ ਤੇ ਉਹਨੇ ਦੂਜੇ ਬੰਦੇ ਤੇ ਗੋਲੀ ਮਾਰੀ। ਇੱਦਾਂ ਦੀਆਂ ਕੁਝ ਐਕਸੈਪਸ਼ਨਸ ਹੈਗੀਆਂ ਨੇ ਜਿਹਦੇ ਤਹਿਤ ਜਿਹੜਾ ਹੋਇਆ ਉਹ ਮਰਡਰ ਦੀ ਧਾਰਾ ਤੋਂ ਜਿਹੜਾ ਬਚ ਜਾਂਦਾ ਹੈ। ਕੀ ਐਕਸੈਪਸ਼ਨਸ ਨੇ ਦੇਖੋ, ਨੰਬਰ 1 'ਚ ਕੀ ਕਿਹਾ ਗਿਆ ਹੈ, ਵੈਨ ਕਲਪੇਬਲ ਹੋਮਿਸਾਈਡ ਇਜ਼ ਨਾਟ ਮਰਡਰ, ਕਲਪੇਬਲ ਹੋਮਿਸਾਈਡ ਤਾਂ ਹੋਇਆ, ਮੌਤ ਤਾਂ ਹੋਈ, ਠੀਕ ਹੈ, ਪਰ ਮਰਡਰ ਨਹੀਂ ਕਹਿ ਸਕਦੇ ਇਸ ਨੂੰ। ਜੇ ਮੌਤ ਹੋਈ ਤਾਂ 299 ਹੋਈ, ਜੇ ਮਰਡਰ ਕੀਤਾ ਤਾਂ 300 ਸੈਕਸ਼ਨ ਲੱਗੀ, ਠੀਕ ਹੈ। ਐਕਸੈਪਸ਼ਨ 1 ਦੇ ਵਿੱਚ ਕੀ ਕਿਹਾ ਗਿਆ ਵੀ ਕਲਪੇਬਲ ਹੋਮਿਸਾਈਡ ਤਾਂ ਹੈਗਾ ਪਰ ਮਰਡਰ ਨਹੀਂ ਕਹਿ ਸਕਦੇ ਇਸ ਨੂੰ। ਕਿਵੇਂ? ਕਲਪੇਬਲ ਹੋਮਿਸਾਈਡ ਇਜ਼ ਨਾਟ ਮਰਡਰ ਇਫ ਦਾ ਅਫੈਂਡਰ, ਜਿਹੜਾ ਅਫੈਂਡਰ ਸੀਗਾ, ਵਾਈਸ ਡਿਪਰਾਈਵਡ ਆਫ ਦਾ ਪਾਵਰ ਆਫ ਸੈਲਫ ਕੰਟਰੋਲ, ਉਹਦਾ ਆਪਣੇ ਆਪ ਤੇ ਕੰਟਰੋਲ ਨਹੀਂ ਰਿਹਾ, ਆਪਣੇ ਆਪ ਤੇ ਤਾਂ ਕੰਟਰੋਲ ਨਹੀਂ ਰਿਹਾ। ਕਿਉਂ? ਬਾਈ ਗ੍ਰੇਵ ਐਂਡ ਸਡਨ ਪ੍ਰੋਵੋਕੇਸ਼ਨ, ਉਹਨੂੰ ਇੰਨਾ ਕੁ ਉਕਸਾ ਦਿੱਤਾ, ਉਹਨੂੰ ਇਦਾਂ ਦੀ ਕੁਝ ਕਹਿ ਦਿੱਤਾ, ਠੀਕ ਹੈ, ਕਾਜ਼ਸ ਦਾ ਡੈਥ ਆਫ ਦਾ ਪਰਸਨ ਹੂ ਗਿਵਸ ਦਾ ਪ੍ਰੋਵੋਕੇਸ਼ਨ, ਜਿਸ ਬੰਦੇ ਨੇ ਪ੍ਰੋਵੋਕੇਟ ਕੀਤਾ ਉਸਨੂੰ ਇੰਨਾ ਗੁੱਸਾਤਾ, ਉਹਨੂੰ ਕੋਈ ਗਾਲਾਂ ਇਦਾਂ ਦੇ ਕੱਢ ਦਿੱਤੀਆਂ, ਕੁਝ ਵੀ ਕਹਿਤਾ ਜਿਹਦੇ ਨਾਲ ਉਹਨੂੰ ਇੰਨਾ ਵੱਡਾ ਗੁੱਸਾ ਆ ਗਿਆ, ਉਹ ਆਪਣੇ ਆਪ ਤੋਂ ਕੰਟਰੋਲ ਖੋ ਬੈਠਿਆ, ਠੀਕ ਹੈ, ਉਹਨੇ ਦਾ ਮਰਡਰ ਕਰ ਦਿੱਤਾ। ਮਤਲਬ ਕਿ ਜਿਹਦਾ ਮਰਡਰ ਹੋਇਆ ਉਹਨੇ ਕੋਈ ਪ੍ਰੋਵੋਕੇਸ਼ਨ ਕੀਤੀ, ਉਹਨੇ ਉਕਸਾਇਆ ਉਸਨੂੰ ਗੁੱਸਾ ਦਿਲਾਉਣ ਦੀ ਖਾਤਰ, ਉਹਨੇ ਇੰਨਾ ਗੁੱਸਾ ਦਿਲਾਤਾ ਉਸਨੂੰ, ਉਹ ਆਪਦੇ ਆਪ ਤੋਂ ਕੰਟਰੋਲ ਤਾਂ ਖਤਮ ਹੋ ਗਿਆ ਉਸ ਬੰਦੇ ਦਾ, ਅਫੈਂਡਰ ਦਾ। ਕਾਜ਼ ਦਾ ਡੈਥ ਆਫ ਐਨੀ ਪਰਸਨ ਬਾਈ ਮਿਸਟੇਕ ਔਰ ਐਕਸੀਡੈਂਟ, ਇਹਦੇ ਕਰਕੇ ਇਹ ਹੈਗਾ ਇੱਕ ਬੰਦੇ ਦੀ ਕਿਸੇ ਦੀ ਮੌਤ ਹੋ ਗਈ। ਇੱਥੇ ਅੱਗੇ ਜਿਹੜਾ ਹੁੰਦਾ ਹੈ ਜਦੋਂ ਇਸ ਨੂੰ ਮਤਲਬ ਕਿ ਉਹ ਆਪਦਾ ਸੈਲਫ ਕੰਟਰੋਲ ਕੋ ਬੈਠੇ ਪ੍ਰੋਵੋਕੇਸ਼ਨ ਦੇ ਨਾਲ, ਉਕਸਾਉਣ ਦੇ ਨਾਲ, ਤਾਂ ਉਹ ਜਿਹੜਾ ਹੈਗਾ ਕਲਪੇਬਲ ਹੋਮਿਸਾਈਡ 'ਚ ਆ ਜਾਂਦੀ ਹੈ। ਫਿਰ ਉਹ ਮਰਡਰ 'ਚ ਤਬਦੀਲ ਨਹੀਂ ਹੁੰਦੀ, ਇੱਦਾਂ ਦੀ ਜਿਹੜੀ ਮੌਤ ਹੈ ਉਹ ਮਰਡਰ 'ਚ ਤਬਦੀਲ ਨਹੀਂ ਹੁੰਦੀ, ਉਹ ਕਲਪੇਬਲ ਹੋਮਿਸਾਈਡ 'ਚ ਰਹਿ ਜਾਂਦੀ ਹੈ। ਜਿਹਦੀ ਸਜ਼ਾ ਹੈਗੀ ਸੈਕਸ਼ਨ 304 ਚਲੀ ਜਾਂਦੀ ਹੈ ਸਜ਼ਾ। The above exception is subject to the following provisos, ਜਿਹੜੀ ਐਕਸੈਪਸ਼ਨ ਹੈਗੀ ਹੈ ਪਹਿਲੀ, ਇਹਦੀਆਂ ਕੁਝ ਪ੍ਰੋਵੀਜ਼ੋ ਵੀ ਹੈਗੀਆਂ ਨੇ। ਫਸਟ ਪ੍ਰੋਵੀਜ਼ੋ ਕੀ ਹੈ? ਵਲੰਟਰੀ ਪ੍ਰੋਵੋਕਸ। ਹੁਣ ਪ੍ਰੋਵੋਕੇਸ਼ਨ ਤਾਂ ਹੋ ਗਈ, ਪ੍ਰੋਵੋਕੇਸ਼ਨ ਜੇ ਤਾਂ ਉਹਨੇ ਮਰਡਰ, ਜੇ ਤਾਂ ਉਸਨੇ ਜਿਹੜਾ ਬੰਦਾ ਜਿਹਦਾ ਮੌਤ ਹੋਈ ਹੈ, ਜਿਹਦਾ ਪ੍ਰੋਵੋਕ ਉਹਨੂੰ ਕੀਤਾ, ਉਸਨੇ ਕੀਤਾ, ਫਿਰ ਤਾਂ ਗੱਲ ਵੱਖਰੀ ਹੈ, ਫਿਰ ਤਾਂ ਇਹ ਐਕਸੈਪਸ਼ਨ 1 ਦੇ ਵਿੱਚ ਆ ਜਾਏਗਾ, ਉਹ ਬਚ ਜਾਏਗਾ। ਪਰ ਜੇਕਰ ਉਸਨੇ ਪ੍ਰੋਵੋਕੇਸ਼ਨ ਨਹੀਂ ਕੀਤੀ, ਪ੍ਰੋਵੋਕ ਉਹ ਆਪੇ ਹੋ ਗਿਆ, ਵਲੰਟਰਲੀ ਪ੍ਰੋਵੋਕਡ, ਆਪਣੀ ਮਰਜ਼ੀ ਨਾਲ ਪ੍ਰੋਵੋਕ ਹੋ ਗਿਆ, ਬਾਈ ਦਾ ਅਫੈਂਡਰ ਐਜ਼ ਐਨ ਐਕਸਕਿਊਜ਼ ਫਾਰ ਕਿਲਿੰਗ, ਜਾਂ ਮਾਰਨ ਦੇ ਬਹਾਨੇ ਦੇ ਨਾਲ ਹੀ ਆਪਣੇ ਆਪ ਨੂੰ ਗੁੱਸਾ ਚੜਾ ਲਿਆ, ਠੀਕ ਹੈ ਜੀ, ਫਿਰ ਉਹਦੇ ਤੇ ਇਹ ਐਕਸੈਪਸ਼ਨ ਜਿਹੜੀ ਇੱਕ ਹੈਗੀ ਹੈ ਇਹ ਲਾਗੂ ਨਹੀਂ ਹੁੰਦੀ ਹੈਗੀ। ਫਿਰ ਉਹ ਇਹਦਾ ਸਹਾਰਾ ਲੈ ਕੇ ਕਲਪੇਬਲ ਹੋਮਿਸਾਈਡ 'ਚ ਨਹੀਂ ਆਉਂਦਾ, ਫਿਰ ਉਹ ਮਰਡਰ ਦੇ ਵਿੱਚ ਆਏਗਾ।
ਸੈਕੰਡਲੀ ਕੀ ਹੈ, that the provocation is not given by anything done in obedience to law by a public servant। ਜੇ ਕੋਈ ਪਬਲਿਕ ਸਰਵੈਂਟ ਹੈਗਾ, ਉਹ ਲਾਫੁਲੀ ਕੋਈ ਕੰਮ ਕਰਨ ਵਾਸਤੇ ਆਇਆ ਹੈ, ਠੀਕ ਹੈ, in the lawful exercise of the powers of the such public servant, ਉਹ ਆਪਣੀ ਪਾਵਰ, ਆਪਣੀ ਜਿਹੜੀਆਂ ਕੋਈ ਡਿਊਟੀ ਉਹਦੀ ਹੈਗੀ ਹੈ, ਠੀਕ ਹੈ, ਮੇਬੀ ਉਹਨੇ ਕਬਜ਼ਾ ਲੈਣਾ ਸੀ ਜ਼ਮੀਨ ਦਾ, ਮੇਬੀ ਉਹਨੇ ਕੋਈ ਆਕਸ਼ਨ ਕਰਨੀ ਸੀਗੀ, ਮੇਬੀ ਉਹਨੂੰ ਅਰੈਸਟ ਕਰਨਾ ਸੀ ਬੰਦੇ ਨੂੰ, ਕੋਈ ਪਬਲਿਕ ਸਰਵੈਂਟ ਆਇਆ, ਉਹ ਉਸ ਤੋਂ ਪਬਲਿਕ ਸਰਵੈਂਟ ਤੋਂ ਉਹ ਪ੍ਰਵੋਕ ਹੋ ਗਿਆ ਆਪਣੇ ਆਪ ਹੀ, ਪਰ ਪਬਲਿਕ ਸਰਵੈਂਟ ਨੇ ਕੋਈ ਪ੍ਰੋਵੋਕੇਸ਼ਨ ਨਹੀਂ ਕੀਤੀ, ਉਹਨੇ ਕਾਨੂੰਨੀ ਤੌਰ ਤੇ ਕੰਮ ਕੀਤਾ ਉਹਦਾ ਕਰ ਰਿਹਾ ਹੈ, ਪਰ ਉਹ ਪ੍ਰਵੋਕ ਹੋ ਕੇ ਜੇ ਉਹ ਉਹਦਾ ਮਰਡਰ ਕਰ ਦਿੰਦਾ ਹੈ ਤਾਂ ਉਹ ਇਸ ਐਕਸੈਪਸ਼ਨ ਨੰਬਰ 1 ਦਾ ਜਿਹੜਾ ਹੈਗਾ ਬੈਨੀਫਿਟ ਨਹੀਂ ਲੈ ਸਕਦਾ। ਉਹ ਇਹ ਨਹੀਂ ਕਹਿ ਸਕਦਾ ਮੈਂ ਤਾਂ ਕਲਪੇਬਲ ਹੋਮਿਸਾਈਡ ਵਿੱਚ ਤਾਂ ਹੋ ਗਿਆ, ਮੈਂ ਮਰਡਰ ਨਹੀਂ ਕੀਤਾ, ਮੈਨੂੰ ਤਾਂ ਗੁੱਸਾ ਆ ਗਿਆ, ਫਲਾਣਾ ਆ ਗਿਆ, ਪਰ ਉਹ ਗੁੱਸਾ ਜੇ ਆ ਗਿਆ ਉਸਨੂੰ, ਤਾਂ ਉਸਨੂੰ ਜੇਕਰ ਗੁੱਸਾ ਪਬਲਿਕ ਸਰਵੈਂਟ ਦੀ ਲਾਫੁਲ ਡਿਊਟੀ ਦੇ ਦੌਰਾਨ ਆਇਆ ਹੈਗਾ ਤਾਂ ਉਹ ਗਲਤ ਹੈਗਾ, ਤਾਂ ਉਹ ਐਕਸੈਪਸ਼ਨ ਨੰਬਰ 1 ਦੇ ਤਹਿਤ ਸਹਾਰਾ ਲੈ ਕੇ ਇਹ ਨਹੀਂ ਕਹਿ ਸਕਦਾ ਮੈਂ ਮਰਡਰ ਨਹੀਂ ਕੀਤਾ। ਥਰਡਲੀ ਕੀ ਹੈਗਾ, that the provocation is not given by anything done in the lawful exercise right of private defense। ਜੇ ਹੁਣ ਪ੍ਰੋਵੋਕੇਸ਼ਨ ਹੋ ਗਈ, ਕਿਉਂ ਹੋ ਗਈ, ਕਿਸੇ ਵਿਅਕਤੀ ਨੂੰ ਉਹ ਕੁਝ ਕਹਿ ਰਿਹਾ ਸੀ ਜਾਂ ਕੁਝ ਸਰਟੀਫਿਕੇਟ ਮਾਰ ਰਿਹਾ ਸੀਗਾ, ਸਾਹਮਣੇ ਵਾਲੇ ਬੰਦੇ ਨੇ ਕੀ ਹੈਗਾ, ਉਸਨੇ ਆਪਦਾ ਡਿਫੈਂਸ ਕਰ ਲਿਆ, ਸਾਹਮਣੇ ਵਾਲੇ ਬੰਦੇ ਨੇ ਡਿਫੈਂਸ ਕੀਤਾ, ਉਹਦੇ ਡਿਫੈਂਸ ਤੋਂ ਹੀ ਉਹ ਪ੍ਰਵੋਕ ਹੋ ਗਿਆ, ਠੀਕ ਹੈ, ਇਹਨੂੰ ਵੀ ਅਸੀਂ ਮਤਲਬ ਕਿ ਐਕਸੈਪਸ਼ਨ 1 ਦੇ ਵਿੱਚ ਜਿਹਨੀ ਕਿ ਹੈਗਾ ਪ੍ਰਵੋਕ ਹੋ ਕੇ ਉਹਨੇ ਮਰਡਰ ਕਰ ਦਿੱਤਾ, ਤੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਸ ਦਾ ਪ੍ਰੋਵੋਕੇਸ਼ਨ ਕਰ ਦਿੱਤੀ ਜੀ। ਹੁਣ ਜੇ ਕੋਈ ਸੈਲਫ ਡਿਫੈਂਸ ਦੇ ਵਿੱਚ ਕੋਈ ਬੰਦਾ ਕੋਈ ਕੰਮ ਕਰਦਾ ਹੈ, ਲਾਫਲੀ ਤੌਰ ਤੇ ਕੰਮ ਕਰਦਾ ਹੈ, ਸੈਲਫ ਡਿਫੈਂਸ ਕਰਦਾ ਹੈਗਾ, ਤੇ ਉਸ ਸੈਲਫ ਡਿਫੈਂਸ ਤੋਂ ਜਿਹੜਾ ਵਿਅਕਤੀ ਹੈਗਾ ਪ੍ਰਵੋਕ ਹੋ ਜਾਂਦਾ ਹੈ, ਠੀਕ ਹੈ, ਤਾਂ ਉਹ ਪ੍ਰਵੋਕ ਹੋ ਕੇ ਕੋਈ ਮਰਡਰ ਕਰ ਦਿੰਦਾ, ਤਾਂ ਉਹ ਐਕਸੈਪਸ਼ਨ ਨੰਬਰ 1 ਦੇ ਵਿੱਚ ਜਿਹੜਾ ਬੈਨੀਫਿਟ ਨਹੀਂ ਲੈ ਸਕਦਾ, ਪਰ ਉਹਨੂੰ ਜਿਹੜਾ ਹੈਗਾ ਉਹ ਮਰਡਰ ਹੀ ਗਿਣਿਆ ਜਾਏਗਾ, ਉਹਦੇ ਵੱਲੋਂ ਕੀਤਾ ਗਿਆ। चलो एक एग्जांपल देख लो जी, बी वाली एग्जांपल देख लो, बी वाई गिव्स ग्रेव एंड सडन प्रोवोकेशन टू ए। ਜਿਹੜਾ वाई हैगा, वाई नाम का कोई व्यक्ति है, गिव्स ग्रेव एंड सडन प्रोवोकेशन टू ए। ए ऑन दिस प्रोवोकेशन फायर्स ए पिस्टल एट वाई, neither intending nor knowing himself to be likely to kill Z। ਉਹਨੂੰ ਮਾਰਨ ਦੀ ਉਹਦੀ ਕੋਈ ਮਨਸ਼ਾ ਨਹੀਂ ਸੀਗੀ, ਠੀਕ ਹੈ। who is near him, ਵਾਈ ਦੇ ਕੋਈ ਨੇੜੇ ਖੜਾ ਸੀ ਜੈਟ ਨਾਮ ਦਾ ਕੋਈ ਵਿਅਕਤੀ, ਠੀਕ ਹੈ, ਵਾਈ ਨੇ ਪ੍ਰੋਵੋਕੇਸ਼ਨ ਕੀਤੀ, A on this provocation fires a pistol at Y, वाई ਦੇ ਉੱਪਰ ਪਿਸਤੌਲ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਗੋਲੀ ਮਾਰਨ ਦੀ ਕੋਸ਼ਿਸ਼ ਕਰਦਾ, neither intending nor knowing himself to be likely to kill Z ਨੂੰ Z ਦੀ ਮੌਤ ਹੋ ਜਾਂਦੀ ਹੈ। who is near by him but out of sight, ਪਰ ਉਹਨੂੰ ਪਤਾ ਨਹੀਂ ਲੱਗਿਆ ਹੈਗਾ, ਨੇੜੇ ਨੇੜੇ ਕਿਤੇ Z ਖੜਾ ਸੀਗਾ, ਇਹ kill Z, ਇਹ Z ਨੂੰ ਮਾਰ ਦਿੰਦਾ ਹੈ। here he has not committed murder, ਇੱਥੇ ਜਿਹੜਾ A ਹੈਗਾ ਉਹਨੇ ਮਰਡਰ ਕਮਿਟ ਨਹੀਂ ਕੀਤਾ, ਕਿਉਂਕਿ ਉਹਨੂੰ ਜਿਹੜਾ Z ਨੂੰ ਮਾਰਨ ਦੀ ਕੋਈ ਮਨਸ਼ਾ ਨਹੀਂ ਸੀਗਾ, ਉਹਨੂੰ ਪ੍ਰਵੋਕ ਕੀਤਾ ਸੀ ਵਾਈ ਨੇ, ਉਹ ਵਾਈ ਦੇ ਗੋਲੀ ਮਾਰ ਰਿਹਾ ਸੀਗਾ, ਮੌਤ ਹੋ ਗਈ ਜੱਟ ਦੀ, ਜਿਹੜਾ ਕਿਤੇ ਆਸ-ਪਾਸ ਖੜਾ ਸੀ ਜਾਂ ਉਹਦੀ ਰੇਂਜ ਦੇ ਵਿੱਚ ਆ ਗਿਆ, ਬਟ ਮੀਅਰਲੀ ਕਲਪੇਬਲ ਹੋਮਿਸਾਈਡ ਤੇ ਜਿਹੜਾ ਹੈਗਾ, ਜਿਹੜਾ ਇਹ ਦੋਸ਼ੀ ਹੋਏਗਾ ਕਾਹਦਾ ਹੋਏਗਾ, ਕਲਪੇਬਲ ਹੋਮਿਸਾਈਡ ਦਾ ਦੋਸ਼ੀ ਹੋਏਗਾ, ਸੈਕਸ਼ਨ 299 ਉਹਦੇ ਤੇ ਲੱਗੇਗੀ ਤੇ 304 ਦੇ ਤਹਿਤ ਉਹਨੂੰ ਸਜ਼ਾ ਹੋਏਗੀ। ਇੱਕ ਐਗਜ਼ਾਮਪਲ ਹੋਰ ਦੇਖ ਲਓ, A is lawfully arrested by Z, ਇਹ ਕਾਨੂੰਨੀ ਤੌਰ ਤੇ Z ਨੂੰ ਅਰੈਸਟ ਕਰਨ ਵਾਸਤੇ ਆਇਆ ਹੈ, ਇਹ ਬੈਲਫ ਹੈ। ਬੈਲਫ ਕੌਣ ਹੁੰਦੇ ਨੇ, ਜਿਹੜੇ ਕੋਰਟ ਦੇ ਵਿੱਚੋਂ ਕੁਝ ਵਿਅਕਤੀ ਜਿਹੜੇ ਹੁੰਦੇ ਨੇ ਆਫੀਸ਼ੀਅਲਸ ਨਿਯੁਕਤ ਕੀਤੇ ਜਾਂਦੇ ਨੇ, ਕੋਈ ਜ਼ਮੀਨਾਂ ਦੇ ਅਮੂਲਿਆ ਕਰਨ ਦੇ ਲਈ, ਕੋਈ ਸਮਨਿੰਗ ਕਰਨ ਦੇ ਲਈ, ਠੀਕ ਹੈ, ਕਬਜ਼ੇ ਕਾਰਵਾਈ ਕਰਨ ਦੇ ਲਈ। ਇਹ ਬੈਲਫ ਦੀ ਪੁਰਾਣੇ ਸਮੇਂ ਤੋਂ ਜਿਹੜੀ ਚੱਲਦੀ ਆ ਰਹੀ ਹੈ ਨਾਮ, ਜਿਹੜਾ ਉਹ ਜਿਹੜਾ ਬੈਲਫ ਸੀ ਕਿਸੇ ਨੂੰ ਅਰੈਸਟ ਕਰਨ ਲਈ ਆਇਆ ਸੀਗਾ। A is excited to sudden and violent passion by the arrest and kills Z, ਬੈਲਫ ਨੂੰ ਮਾਰ ਦਿੰਦਾ ਹੈ ਜਿਹੜਾ ਇਹ ਹੈਗਾ, ਠੀਕ ਹੈ, ਪ੍ਰਵੋਕ ਹੋ ਜਾਂਦਾ ਵੀ ਮੈਨੂੰ ਅਰੈਸਟ ਕਰਨ ਲਈ ਤੂੰ ਮੈਨੂੰ ਕਿਉਂ ਅਰੈਸਟ ਕਰ ਰਿਹਾ ਹੈਗਾ। ਇੱਥੇ ਕੀ ਹੈ, ਦਿਸ ਇਜ਼ ਮਰਡਰ, ਇਹਨੂੰ ਅਸੀਂ ਮਰਡਰ ਕਹਾਂਗੇ, ਕਿਉਂਕਿ ਜਿਹੜਾ ਇਹ ਸੀਗਾ, ਜਿਹੜਾ ਜੈਡ ਸੀਗਾ ਉਹ ਸਰਕਾਰੀ ਤੌਰ ਤੇ ਕਾਨੂੰਨੀ ਤੌਰ ਤੇ ਉਸ ਨੂੰ ਅਰੈਸਟ ਕਰ ਰਿਹਾ ਸੀ, ਉਹਨੇ ਕੋਈ ਪ੍ਰਵੋਕ ਨਹੀਂ ਉਹਨੂੰ ਕੀਤਾ ਹੈਗਾ, ਇਸ ਕਰਕੇ ਜਿਹੜਾ ਇਹ ਹੈਗਾ ਉਹ ਉਹਦੇ ਤੇ ਮਰਡਰ ਦਾ ਕੇਸ ਪਏਗਾ, ਉਹਦੇ ਤੇ ਕਲਪੇਬਲ ਹੋਮਿਸਾਈਡ ਨਹੀਂ ਹੋਏਗਾ। ਨੈਕਸਟ ਅਸੀਂ ਦੇਖਾਂਗੇ ਐਕਸੈਪਸ਼ਨ ਨੰਬਰ 2,
ਐਕਸੈਪਸ਼ਨ ਕਿਹੜੀ ਹੈ? ਦੂਜੀ ਐਕਸੈਪਸ਼ਨ ਹੈਗੀ ਹੈ ਜਿਹਦੇ ਵਿੱਚ ਕਲਪੇਬਲ ਹੋਮੀਸਾਈਡ is not murder if the offender in the exercise of good faith of the right of private defense of the person or property। ਜਦੋਂ ਕੋਈ right of private defense ਦਾ ਸਹਾਰਾ ਲੈ ਕੇ ਲੈਂਦਾ ਹੈ, ਠੀਕ ਹੈ, ਤਾਂ ਦੂਜੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਰਾਈਟ ਆਫ ਪ੍ਰਾਈਵੇਟ ਡਿਫੈਂਸ ਦਾ ਸਹਾਰਾ ਲੈਂਦੇ ਕਰਕੇ ਰਾਈਟ ਆਫ ਪ੍ਰਾਈਵੇਟ ਡਿਫੈਂਸ ਜਿਹੜਾ ਇੰਨਾ ਇਸ ਹੱਦ ਤੱਕ ਚਲਾ ਜਾਂਦਾ ਹੈ ਕਿ ਜਿਹੜਾ ਦੂਜਾ ਬੰਦੇ ਜਿਹੜਾ ਉਹਦੇ ਉੱਪਰ ਹਮਲਾ ਕਰ ਰਿਹਾ ਹੈਗਾ, ਜਿਹੜਾ ਅਫੈਂਡਰ ਸੀਗਾ, ਉਹਦੇ ਉੱਪਰ ਮਤਲਬ ਕਿ ਜਿਹੜਾ ਵਿਅਕਤੀ ਹੈਗਾ ਉਹ ਹਮਲਾ ਕਰ ਦਿੰਦਾ ਹੈ, ਤਾਂ ਉਹਦੀ ਮੌਤ ਹੋ ਜਾਂਦੀ ਹੈ। ਇਸ ਕਰਕੇ ਜਿਹੜੇ ਕਲਪੇਬਲ ਹੋਮੀਸਾਈਡ ਉਹ ਮਰਡਰ ਨਹੀਂ ਕਿਹਾ ਜਾਂਦਾ ਉਸਨੂੰ। ਇਹ ਐਕਸੈਪਸ਼ਨ ਹੈਗੀ ਹੈ ਜਦੋਂ ਆਪਣਾ ਡਿਫੈਂਸ ਕਰਨ ਦੇ ਖਾਤਰ ਕਿਸੇ ਦੂਜੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਠੀਕ ਹੈ। ਉਹਦਾ ਮਾਰਨ ਦਾ ਕੋਈ ਇਰਾਦਾ ਨਹੀਂ ਹੁੰਦਾ, ਪਰ ਆਪਣੇ ਆਪ ਨੂੰ ਬਚਾਓ ਕਰਨ ਦੀ ਖਾਤਰ ਦੂਜੇ ਬੰਦੇ ਦੀ ਸਰਟੀਫਿਕੇਟ ਨਹੀਂ ਲੱਗ ਜਾਂਦੀ ਕਿ ਉਹਦੀ ਮੌਤ ਹੋ ਜਾਂਦੀ ਹੈ, ਤਾਂ ਵੀ ਉਹ ਜਿਹੜਾ ਕਲਪੇਬਲ ਹੋਮੀਸਾਈਡ ਇਜ਼ ਨਾਟ ਮਰਡਰ, ਤਾਂ ਉਹ ਸੈਕਸ਼ਨ 299 ਚ ਆਉਂਦਾ ਹੈ, ਠੀਕ ਹੈ। ਬੇਸ਼ੱਕ ਉਹਦੇ ਤੋਂ ਮਰਡਰ ਹੋ ਗਿਆ ਪਰ ਉਹਦੇ ਉੱਪਰ ਸੈਕਸ਼ਨ 300 ਨਹੀਂ ਲੱਗਦੀ। ਐਕਸੈਪਸ਼ਨ ਨੰਬਰ 3 ਕੀ ਹੈਗੀ ਹੈ? ਕਦੋਂ ਕਲਪੇਬਲ ਹੋਮੀਸਾਈਡ ਮਰਡਰ ਨਹੀਂ ਬਣਦਾ? ਕਲਪੇਬਲ ਹੋਮੀਸਾਈਡ ਇਜ਼ ਨਾਟ ਮਰਡਰ ਇਫ ਦਾ ਅਫੈਂਡਰ ਬੀਇੰਗ ਏ ਪਬਲਿਕ ਸਰਵੈਂਟ, ਜੋ ਅਫੈਂਡਰ ਹੈ ਉਹ ਪਬਲਿਕ ਸਰਵੈਂਟ ਸੀਗਾ, ਔਰ ਏਡਿੰਗ ਏ ਪਬਲਿਕ ਸਰਵੈਂਟ, ਜਾਂ ਉਸਨੂੰ ਕੋਈ ਏਡ ਕਰਨ ਵਾਲਾ ਵਿਅਕਤੀ ਸੀਗਾ ਪਬਲਿਕ ਸਰਵੈਂਟ ਨੂੰ, ਐਕਟਿੰਗ ਫਾਰ ਦਾ ਐਡਵਾਂਸਮੈਂਟ ਆਫ ਦਾ ਪਬਲਿਕ ਜਸਟਿਸ, exceeds the powers given to him by law and causes death by doing an act। ਕੋਈ ਕੰਮ ਕਰ ਰਿਹਾ ਹੈਗਾ, ਗੁੱਡ ਫੇਥ ਦੇ ਵਿੱਚ ਕੋਈ ਕੰਮ ਕਰ ਰਿਹਾ ਹੈ, ਠੀਕ ਹੈ, ਅੰਡਰ ਲਾਅ ਕੰਮ ਕਰ ਰਿਹਾ ਹੈ, ਪਰ ਉਹ ਕੰਮ ਕਰਦੇ ਕਰਦੇ ਕੋਈ ਇਦਾਂ ਦੀ ਕਾਰਵਾਈ ਉਹਦੇ ਤੋਂ ਹੋ ਗਈ ਜਿਸ ਕਰਕੇ ਕਿਸੇ ਹੋਰ ਬੰਦੇ ਦੀ ਡੈਥ ਹੋ ਜਾਂਦੀ ਹੈ ਗੁੱਡ ਫੇਥ ਦੇ ਵਿੱਚ, ਬਿਲੀਵਸ ਟੂ ਬੀ ਲਾਫੁਲ, ਉਹਨੂੰ ਲੱਗਦਾ ਵੀ ਮੈਂ ਤਾਂ ਕੰਮ ਜਿਹੜਾ ਕਰ ਰਿਹਾ ਲਾਫੁਲੀ ਕਰ ਰਿਹਾ, ਐਂਡ ਨੈਸੈਸਰੀ ਫਾਰ ਡਿਊ ਡਿਸਚਾਰਜ ਆਫ ਹਿਸ ਡਿਊਟੀਜ਼ ਐਜ਼ ਸੱਚ ਪਬਲਿਕ ਸਰਵੈਂਟ and without ill will towards the person whose death is caused। ਉਹ ਦੂਜੇ ਵਿਅਕਤੀ ਦੀ ਕੋਈ ਮਾਰਨ ਦਾ ਕੋਈ ਇਰਾਦਾ ਨਹੀਂ ਸੀਗਾ, ਜਿਵੇਂ ਕਿ ਪੁਲਿਸ ਹੈ, ਚੋਰ ਹੈ, ਕੋਈ ਚੋਰ ਭੱਜ ਗਿਆ, ਪੁਲਿਸ ਵਾਲੇ ਨੇ ਉਹਨੂੰ ਫੜਨਾ ਸੀਗਾ, ਅਰੈਸਟ ਕਰਨਾ ਸੀ, ਗੋਲੀ ਵੱਜ ਗਈ, ਪੈਰਾਂ 'ਚ ਗੋਲੀ ਮਾਰੀ ਸੀਗੀ, ਉਹਦੇ ਲੱਗ ਗਈ, ਠੀਕ ਹੈ, ਐਦਾਂ ਦੇ ਕੇਸ ਦੀ ਗੱਲ ਕੀਤੀ ਗਈ ਇਹਦੇ ਵਿੱਚ ਵੀ ਜਿਹੜਾ ਉਹ ਬੰਦੇ ਦੀ ਕਿਸੇ ਦੀ ਡੈਥ ਹੋ ਗਈ, ਠੀਕ ਹੈ, ਸਰਕਾਰੀ ਆਫੀਸਰ ਤੋਂ, ਤਾਂ ਜਿਹੜਾ ਉਹ ਵਿਅਕਤੀ ਹੈ ਜਿਸ ਤੋਂ ਡੈਥ ਹੋਈ ਹੈ ਉਹ ਕਲਪੇਬਲ ਹੋਮੀਸਾਈਡ ਦਾ ਸਹਾਰਾ ਲੈ ਗਿਆ ਇੱਥੇ, ਉਹਦੇ ਵੱਲੋਂ ਇਹ ਜਿਹੜਾ ਮਰਡਰ ਹੈ ਮਰਡਰ ਨਹੀਂ ਮੰਨਿਆ ਜਾਏਗਾ। ਇਹ ਐਕਸੈਪਸ਼ਨ 3 ਦਾ ਸਹਾਰਾ ਲੈ ਕੇ ਉਹ ਕਲਪੇਬਲ ਹੋਮੀਸਾਈਡ ਦੇ ਵਿੱਚ ਆ ਜਾਏਗਾ। ਐਕਸੈਪਸ਼ਨ ਨੰਬਰ 4 ਕੀ ਕਹੇਗਾ? ਕਲਪੇਬਲ ਹੋਮੀਸਾਈਡ ਇਜ਼ ਨਾਟ ਮਰਡਰ ਇਫ ਇਟ ਇਜ਼ ਕਮਿਟਡ ਵਿਦਆਊਟ ਦਾ ਪ੍ਰੀਮੈਡੀਏਸ਼ਨ ਇਨ ਏ ਸਡਨ ਫਾਈਟ। ਕੋਈ ਪਲੈਨਿੰਗ ਨਹੀਂ ਸੀਗੀ, ਕੋਈ ਮੈਲਾਫਾਈਡ ਟੈਂਸ਼ਨ ਨਹੀਂ ਸੀਗੀ, ਸਡਨ ਫਾਈਟ ਹੋਈ ਅਚਾਨਕ, ਇਨ ਦਾ ਹਾਰਟ ਆਫ ਦਾ ਪੈਸ਼ਨ ਅਪॉन ए सडन quarrel, ਅਚਾਨਕ ਝਗੜਾ ਹੋਇਆ, ਅਚਾਨਕ ਲੜਾਈ ਹੋਈ, ਠੀਕ ਹੈ, and without the offender having taken undue advantage or acted in a cruel or unsound manner, unusual manner, ਅਚਾਨਕ ਲੜਾਈ ਹੋਈ, ਅਚਾਨਕ ਝਗੜਾ ਹੋਇਆ। ਇਹੋ ਜਿਹੇ ਕੇਸ ਦੇ ਵਿੱਚ ਵੀ ਜਦੋਂ ਕੋਈ ਬੰਦਾ ਇਹ ਸਾਬਤ ਕਰ ਦਿੰਦਾ ਹੈ ਮੇਰਾ ਮਾਰਨ ਦਾ ਕੋਈ ਇਰਾਦਾ ਨਹੀਂ ਸੀਗਾ, ਮੇਰਾ ਅਚਾਨਕ ਇੱਦਾਂ ਹੋਇਆ, ਮਾਰਨ ਦਾ ਫਿਰ ਵੀ ਕੋਈ ਇਰਾਦਾ ਨਹੀਂ ਸੀ, ਪਰ ਬੰਦੇ ਦੀ ਡੈਥ ਹੋ ਜਾਂਦੀ ਹੈ, ਤਾਂ ਵੀ ਫਿਰ ਉਹ ਐਕਸੈਪਸ਼ਨ ਨੰਬਰ 4 ਦਾ ਸਹਾਰਾ ਲੈ ਕੇ ਉਹ ਮਰਡਰ ਤੋਂ ਬਚ ਕੇ ਮਤਲਬ ਕਲਪੇਬਲ ਹੋਮੀਸਾਈਡ ਦੀ ਸੈਕਸ਼ਨ ਦੇ ਵਿੱਚ ਆ ਜਾਂਦਾ ਹੈ। ਐਕਸੈਪਸ਼ਨ ਨੰਬਰ 5 ਚ ਕੀ ਕਿਹਾ ਗਿਆ? ਕਲਪੇਬਲ ਹੋਮੀਸਾਈਡ ਕਦੋਂ ਮਰਡਰ ਨਹੀਂ ਹੋ ਜਾਂਦਾ? ਕਲਪੇਬਲ ਹੋਮੀਸਾਈਡ ਨੂੰ ਮਰਡਰ ਕਦੋਂ ਨਹੀਂ ਕਿਹਾ ਜਾ ਸਕਦਾ? ਕਲਪੇਬਲ ਹੋਮੀਸਾਈਡ ਇਜ਼ ਨਾਟ ਮਰਡਰ when the person whose death is caused being above the age of 18 years, ਉਮਰ 18 ਸਾਲ ਤੋਂ ਵੱਧ ਹੋਵੇ, ਜਿਹੜੇ ਵਿਅਕਤੀ ਦੀ ਮੌਤ ਹੋਈ ਹੈ, suffers death or takes the risk of death with his own consent, ਆਪਦੀ ਕੋਈ ਕੰਸੈਂਟ ਦੇਵੇ, ਕੋਈ ਪੇਸ਼ੈਂਟ ਹੈਗਾ, ਠੀਕ ਹੈ, ਕੋਈ ਪੇਸ਼ੈਂਟ ਦਾ ਅਚਾਨਕ ਕੋਈ ਆਪਰੇਸ਼ਨ ਕਰਨਾ ਪੈ ਜਾਂਦਾ ਹੈ, 18 ਸਾਲ ਤੋਂ ਵੱਧ ਉਹਦੀ ਉਮਰ ਹੈਗੀ ਹੈ, ਜਾਂ ਉਹਦੇ ਕੋਈ suffers death or takes the risk of death with his own consent, ਆਪਦੀ ਮਰਜ਼ੀ ਨਾਲ ਲਿਖ ਕੇ ਦੇਣਾ ਵੀ ਹਾਂ ਤੁਸੀਂ ਜਿਹੜਾ ਆਪਰੇਟ ਹੈ ਕਰ ਦਿਓ, ਠੀਕ ਹੈ, ਤੇ ਫਿਰ ਉਹਦੀ ਰਿਸਕ ਵੀ ਹੁੰਦਾ ਨਾਲ ਨਾਲ, ਤੇ ਉਹਦੀ ਡੈਥ ਹੋ ਜਾਂਦੀ ਹੈ, ਤੇ ਉਹਦੇ ਵਿੱਚ ਉਹ ਮਰਡਰ ਡਾਕਟਰ ਜਿਹੜਾ ਹੈਗਾ ਜਿਹਨੇ ਵੀ ਆਪਰੇਟ ਕੀਤਾ ਮੰਨ ਲਓ, ਤਾਂ ਉਹਦੇ ਉੱਪਰ ਜਿਹੜਾ ਹੈਗਾ ਇਹ ਮਰਡਰ ਦਾ ਦੋਸ਼ ਨਹੀਂ ਲੱਗਦਾ। ਕੋਈ ਜਿਵੇਂ ਕੋਈ ਹਸਬੈਂਡ ਵਾਈਫ ਨੇ, ਇੱਕ ਬਿਮਾਰ ਹੈ ਬਹੁਤ ਜ਼ਿਆਦਾ, ਉਹਦਾ ਜਿਹੜਾ ਹੈਗਾ ਹਸਬੈਂਡ ਹੈਗਾ ਉਸਨੂੰ
ਦੇ ਦਿੰਦਾ ਹੈਗਾ, ਕੰਸੈਂਟ ਦੇ ਦਿੰਦਾ ਹੈ, ਠੀਕ ਹੈ ਜੀ, ਤੇ ਅਚਾਨਕ ਡੈਥ ਵੀ ਹੋ ਜਾਂਦੀ ਹੈ। ਇੱਕ ਐਗਜ਼ਾਮਪਲ ਦੇਖ ਲੈਣਾ, ਏ ਬਾਈ ਇੰਸਟੀਗੇਸ਼ਨ ਵੋਲੰਟਰੀ ਕਾਜ਼ਸ ਜੈਟ ਅ ਪਰਸਨ ਅੰਡਰ 18 years of the age to commit suicide। ਇਹਨਾਂ ਦਾ ਵਿਅਕਤੀ ਇੰਸਟੀਗੇਟ ਕਰਦਾ ਹੈ ਕਿਸੇ ਬੱਚੇ ਨੂੰ 18 ਸਾਲ ਦੀ ਘੱਟ ਉਮਰ ਦੇ ਵਿੱਚ ਸੁਸਾਈਡ ਕਰਨ ਦੇ ਲਈ ਉਸ ਨੂੰ ਇੰਸਟੀਗੇਟ ਕਰ ਦਿੰਦਾ ਹੈ। ਹੇਅਰ ਔਨ ਅਕਾਊਂਟ ਆਫ ਜੈਟਸ ਯੂਥ ਹੀ ਵਾਜ਼ ਇਨਕੈਪੇਬਲ ਆਫ ਗਿਵਿੰਗ ਕੰਸੈਂਟ। ਉਹ ਕੈਪੇਬਲ ਤਾਂ ਨਹੀਂ ਸੀ ਕੰਸੈਂਟ ਦੇਣ ਦਾ, ਬੇਸ਼ੱਕ ਉਹਨੇ ਕਹਿਤਾ ਵੀ ਹਾਂ ਠੀਕ ਹੈ ਮੈਂ ਐਗਰੀ ਹੈਗਾ ਔਨ ਡੈਥ ਦੇ ਲਈ। ਇਹ ਹੈਜ਼ ਦੇਅਰ ਅਬੈਟਡ ਮਰਡਰ। ਇੱਥੇ ਕੀ ਕਹਾਂਗੇ, ਜਿਹੜਾ ਇਹ ਹੈਗਾ ਉਸਨੇ ਅਬੈਟਮੈਂਟ ਕੀਤੀ ਹੈ ਮਰਡਰ ਕਰਨ ਦੀ ਖਾਤਰ, ਜੈਟ ਦੀ ਮੌਤ ਹੋ ਜਾਵੇ, ਉਹ ਅਬੈਟਮੈਂਟ ਵਾਲੇ ਕੇਸ ਦੇ ਵਿੱਚ ਆਏਗਾ, ਉਹਦੇ ਤੇ ਜਿਹੜਾ ਦੋਸ਼ ਲੱਗੇਗਾ ਮਰਡਰ ਦਾ ਲੱਗੇਗਾ, ਜਿਹਨੇ ਇੰਸਟੀਗੇਟ ਕੀਤਾ ਕਿਸੇ ਮਾਈਨਰ ਨੂੰ। Next है section 301, culpable homicide by causing death of person other than person whose death was intended। ਡੈਥ ਕਰਨ ਦਾ ਇਰਾਦਾ ਕਿਸੇ ਹੋਰ ਦਾ ਸੀ ਪਰ ਡੈਥ ਕਿਸੇ ਹੋਰ ਦੀ ਹੋ ਗਈ। culpable homicide by causing death of person other than person whose death was intended। ਕਿਸੇ ਹੋਰ ਵਿਅਕਤੀ ਨੂੰ ਮਾਰਨ ਦਾ ਇਰਾਦਾ ਸੀਗਾ ਪਰ ਗਲਤੀ ਦੇ ਨਾਲ ਕਿਸੇ ਕਾਰਨ ਕਰਕੇ ਡੈਥ ਕਿਸੇ ਹੋਰ ਦੀ ਹੋ ਜਾਂਦੀ ਹੈ। ਇੱਥੇ ਜਿਹੜਾ ਮਰਡਰ ਹੈ ਉਸ ਮਰਡਰ ਨਹੀਂ ਲੱਗੇਗਾ, ਮਰਡਰ ਦਾ ਦੋਸ਼ ਨਹੀਂ ਲੱਗੇਗਾ। 301 ਦੇ ਤਹਿਤ ਜਿਹੜੀ ਸੈਕਸ਼ਨ ਹੈ ਉਹ ਕਲਪੇਬਲ ਹੋਮਿਸਾਈਡ ਬਣੇਗੀ, 299 ਦੇ ਵਿੱਚ ਆਏਗਾ। ਸੈਕਸ਼ਨ 302 ਪੁਨਿਸ਼ਮੈਂਟ ਫਾਰ ਮਰਡਰ। ਜੇ ਕੋਈ ਮਰਡਰ ਕਰਦਾ ਤਾਂ ਉਹਨੂੰ ਕਿੰਨੀ ਸਜ਼ਾ ਹੋ ਸਕਦੀ ਹੈ। whoever commits murder shall be punished with death। ਮੌਤ ਦੀ ਸਜ਼ਾ ਵੀ ਹੋ ਸਕਦੀ ਹੈ, ਉਮਰ ਕੈਦ ਵੀ ਹੋ ਸਕਦੀ ਹੈ, and shall also be liable to fine, ਜੁਰਮਾਨਾ ਵੀ ਹੋ ਸਕਦਾ ਹੈ। ਨੈਕਸਟ ਹੈ ਸੈਕਸ਼ਨ 303 ਪੁਨਿਸ਼ਮੈਂਟ ਫਾਰ ਮਰਡਰ ਬਾਈ ਲਾਈਫ ਕਨਵਿਕਟ। ਜੇ ਕਿਸੇ ਨੂੰ ਉਮਰ ਕੈਦ ਹੋਈ ਹੋਵੇ, ਜਿਨਕੇ ਜੇਲ੍ਹ ਭੁਗਤ ਰਿਹਾ ਹੋਵੇ, ਠੀਕ ਹੈ, ਉਹ ਫਿਰ ਕੋਈ ਮਰਡਰ ਕਰ ਦੇਵੇ, ਜੇਲ੍ਹ ਦੇ ਵਿੱਚ ਹੀ ਜਾਂ ਜੇਲ੍ਹ ਤੋਂ ਬਾਹਰ ਆਇਆ ਹੋਇਆ ਹੈ, ਕੋਈ ਸਜ਼ਾ ਕੋਈ ਛੁੱਟੀਆਂ ਕੱਟਣ ਲਈ ਆਇਆ ਹੈਗਾ, ਕੋਈ ਉਮਰ ਦਾ ਜਿਹੜਾ ਕੈਦੀ ਹੈਗਾ। whoever being murder under sentence of imprisonment for life commits murder shall be punished with death। ਤਾਂ ਉਸ ਨੂੰ ਜਿਹੜੀ ਸਜ਼ਾ ਹੁੰਦੀ ਹੈ ਮੌਤ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਸੈਕਸ਼ਨ 303 ਦੇ ਤਹਿਤ ਜਿਹੜਾ ਉਮਰ ਕੈਦ ਪਹਿਲਾਂ ਤੋਂ ਹੀ ਕੱਟ ਰਿਹਾ ਕੋਈ ਵਿਅਕਤੀ, ਉਹ ਮਰਡਰ ਕਰ ਦਿੰਦਾ ਹੈ ਤਾਂ ਉਹਨੂੰ ਮੌਤ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਸੈਕਸ਼ਨ 303 ਦੇ ਤਹਿਤ। ਕਿਉਂਕਿ ਸੈਕਸ਼ਨ 300 ਤਹਿਤ ਬਹੁਤ ਗੰਭੀਰ ਜਿਹੜੀ ਸੈਕਸ਼ਨ ਹੈਗੀ ਹੈ 303। ਨੈਕਸਟ ਹੈ ਸੈਕਸ਼ਨ 304 ਪੁਨਿਸ਼ਮੈਂਟ ਫਾਰ ਕਲਪੇਬਲ ਹੋਮਿਸਾਈਡ ਨਾਟ ਅਮਾਊਂਟਿੰਗ ਟੂ ਮਰਡਰ। ਅਸੀਂ ਸੈਕਸ਼ਨ 300 ਚ ਪੜ੍ਹਿਆ ਸੀਗਾ ਵੀ ਕਲਪੇਬਲ ਹੋਮਿਸਾਈਡ ਮਰਡਰ ਕਦੋਂ ਬਣ ਜਾਂਦਾ ਹੈ, ਇੰਟੈਂਸ਼ਨ ਦੇ ਕਾਰਨ, ਨੌਲੇਜ ਦੇ ਕਾਰਨ, ਜਾਣਬੁੱਝ ਕੇ, ਠੀਕ ਹੈ। ਪਰ ਇਹਦੇ ਵਿੱਚ ਕਿਹਾ ਗਿਆ ਸੈਕਸ਼ਨ 304 ਦੇ ਵਿੱਚ ਪੁਨਿਸ਼ਮੈਂਟ ਫਾਰ ਕਲਪੇਬਲ ਹੋਮਿਸਾਈਡ ਨਾਟ ਅਮਾਊਂਟਿੰਗ ਟੂ ਮਰਡਰ। ਤਾਂ ਇਹਦੇ ਵਿੱਚ ਜੇ ਕਲਪੇਬਲ ਹੋਮਿਸਾਈਡ ਹੁੰਦਾ ਹੈ, ਜਾਣਬੁੱਝ ਕੇ ਮਰਡਰ ਨਹੀਂ ਕੀਤਾ ਗਿਆ ਪਰ ਮਰਡਰ ਹੋ ਜਾਂਦਾ ਹੈ, ਠੀਕ ਹੈ। ਇੱਥੇ ਕੀ ਹੈਗਾ, ਸ਼ੈਲ ਬੀ ਪੁਨਿਸ਼ਡ ਇੰਪ੍ਰਿਜ਼ਨਮੈਂਟ ਫਾਰ ਲਾਈਫ, ਉਹਨੂੰ ਉਮਰ ਕੈਦ ਵੀ ਹੋ ਸਕਦੀ ਹੈ। ਇੰਪ੍ਰਿਜ਼ਨਮੈਂਟ ਆਫ ਆਈਦਰ ਡਿਸਕ੍ਰਿਪਸ਼ਨ ਫਾਰ ਏ ਟਰਮ ਵਿਚ ਮੇ ਐਕਸਟੈਂਡ ਟੂ 10 year, 10 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ। ਐਂਡ ਸ਼ੈਲ ਆਲਸੋ ਬੀ ਲਾਇਬਲ ਟੂ ਫਾਈਨ ਇਫ ਦ ਐਕਟ by which the death is caused is done with the intention of causing death or for causing such bodily injury is likely to cause death। ਠੀਕ ਹੈ ਜੀ, ਉਮਰ ਕੈਦ ਹੋ ਸਕਦੀ ਹੈ, 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਸੈਕੰਡ ਪੈਰਾਗ੍ਰਾਫ ਦੇ ਵਿੱਚ ਕੀ ਕਿਹਾ ਗਿਆ, or with imprisonment of either description for a term which may extend to 10 years or with fine or with both if the act is done with the knowledge that it is likely to cause death but without any intention to cause death। ਇੰਟੈਂਸ਼ਨ ਨਹੀਂ ਸੀਗੀ, ਡੈਥ ਹੋ ਗਈ ਹੈ, ਮਾਰਨ ਦਾ ਇਰਾਦਾ ਸੀਗਾ, likely to cause ਕਾਰਨ ਤਾਂ ਬਣ ਗਿਆ, ਡੈਥ ਦਾ ਮੌਤ ਦਾ ਕਾਰਨ ਬਣ ਗਿਆ ਪਰ ਇਰਾਦਾ ਨਹੀਂ ਸੀਗਾ। or to cause such bodily injury, ਨਾ ਹੀ or to ਮਤਲਬ ਇੰਟੈਂਸ਼ਨ ਨਹੀਂ ਸੀ, ਨਾ ਬੋਡੀ ਇੰਜਰੀ ਦੇਣ ਦੀ ਇੰਟੈਂਸ਼ਨ ਸੀ, ਨਾ ਮਾਰਨ ਦੀ ਇੰਟੈਂਸ਼ਨ ਸੀਗੀ, ਤਾਂ ਜਿਹੜੀ ਸਜ਼ਾ ਹੈਗੀ ਹੈ 10 ਸਾਲ ਤੱਕ ਦੀ ਹੋ ਸਕਦੀ ਹੈ। ਸੈਕਸ਼ਨ 304 ਏ 'ਚ ਕੀ ਕਹੇਗਾ, ਕਾਜ਼ਿੰਗ ਡੈਥ ਬਾਈ ਨੈਗਲੀਜੈਂਸ, ਕਿਸੇ ਦੀ ਮੌਤ ਹੋ ਗਈ ਨੈਗਲੀਜੈਂਸਲੀ ਨਾਲ, ਠੀਕ ਹੈ। ਤਾਂ ਰੈਸ਼ ਡਰਾਈਵਿੰਗ ਕੇ ਲਈ ਜਿਵੇਂ ਆਪਾਂ person by doing any rash or negligent act
not amounting to culpable homicide, ਇਹ culpable homicide ਵੀ ਨਹੀਂ ਹੁੰਦਾ, shall be punished with imprisonment for execution, 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਕਿਸੇ ਲਾਪਰਵਾਹੀ ਦੇ ਕਾਰਨ ਦੂਜੇ ਬੰਦੇ ਦੀ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ 2 ਸਾਲ ਤੱਕ ਦੀ ਸਜ਼ਾ ਉਹਨੂੰ ਹੋ ਸਕਦੀ ਹੈ। 304A ਡੋਰੀ ਡੈਥ। ਡੋਰੀ ਡੈਥ ਕੀ ਹੁੰਦੀ ਹੈ? ਕੋਈ ਮੈਰਿਡ ਲੜਕੀ ਹੁੰਦੀ ਹੈ, ਠੀਕ ਹੈ, ਉਹਦੇ ਨਾਲ ਕੀ ਹੈਗਾ, ਕੋਈ ਉਹਦੇ ਹਸਬੈਂਡ ਜਾਂ ਹਸਬੈਂਡ ਦੀ ਜਿਹੜੀ ਫੈਮਿਲੀ ਹੈਗੀ ਹੈ, ਕੋਈ ਕ੍ਰਿਊਲਟੀ, ਕੋਈ ਹਰਾਸ਼ਮੈਂਟ ਉਹਨੂੰ ਕਰਦੀ ਹੈ, ਤੇ ਪਰ ਉਹਦੇ ਵਿੱਚ ਕਾਰਨ ਕੀ ਹੈ, ਉਹਦੀ ਜਿਹੜੀ ਮੈਰਿਜ ਹੋਈ ਨੂੰ ਕਿੰਨਾ ਸਮਾਂ ਹੋਣਾ ਚਾਹੀਦਾ ਹੈ, ਸਬਜੈਕਟ ਟੂ ਕ੍ਰਿਊਲਟੀ, ਹਰਾਸ਼ਮੈਂਟ, ਹਸਬੈਂਡ ਔਰ ਐਨੀ ਰਿਲੇਟਿਵ, ਜਾਂ ਕਿਸੇ ਉਹਦੇ ਰਿਲੇਟਿਵ ਵੱਲੋਂ ਜਾਂ ਹਸਬੈਂਡ ਵੱਲੋਂ, ਔਰ ਇਨ ਕਨੈਕਸ਼ਨ ਵਿਦ ਐਨੀ ਡਿਮਾਂਡ ਆਫ ਡੋਰੀ, ਸੱਚ ਡੈਥ ਸ਼ੈਲ ਬੀ ਕਾਲਡ ਡੋਰੀ ਡੈਥ। ਜਦੋਂ ਉਹਦੀ ਡੈਥ ਹੋ ਜਾਂਦੀ ਹੈ ਇੱਦਾਂ ਦਾਜ ਦਹੇਜ ਮੰਗਣ ਦੇ ਕਾਰਨ ਪਰਿਵਾਰ ਦੇ ਮੈਂਬਰ ਵੱਲੋਂ, ਪਰਿਵਾਰ ਵੱਲੋਂ, ਕਿਸੇ ਵੱਲੋਂ ਵੀ, ਐਂਡ ਸੱਚ ਹਸਬੈਂਡ ਔਰ ਰਿਲੇਟਿਵ ਸ਼ੈਲ ਬੀ ਡੀਮ ਟੂ ਹੈਵ ਕਾਜ਼ਡ ਹਰ ਡੈਥ, ਤਾਂ ਉਸਨੂੰ ਡੋਰੀ ਡੈਥ ਕਿਹਾ ਜਾਂਦਾ ਹੈ, ਠੀਕ ਹੈ। whoever commits ਡੋਰੀ ਡੈਥ shall be punished with imprisonment for a term which may shall not be less than 7 years but which may extend to ਉਮਰ ਕੈਦ ਤੱਕ ਵੀ ਹੋ ਸਕਦੀ ਹੈ ਜਿਹੜੀ ਸਜ਼ਾ ਹੈਗੀ ਡੋਰੀ ਡੈਥ ਦੇ ਕੇਸ ਦੇ ਵਿੱਚ। ਪਰ ਇਹਦੇ ਵਿੱਚ ਨਾਲ ਇਹ ਵੀ ਕਿਹਾ ਗਿਆ ਵੀ ਜਿਹੜੀ ਡੋਰੀ ਡੈਥ ਉਹ ਕਦੋਂ ਤੱਕ ਗਿਣੀ ਜਾਂਦੀ ਹੈ, 7 ਸਾਲ ਤੱਕ ਦੇ ਅੰਦਰ ਅੰਦਰ, ਮੈਰਿਜ ਹੋਈ ਨੂੰ 7 ਸਾਲ ਹੋਏ ਹੁਣ, ਉਹਦੇ ਵਿਚਕਾਰ ਜੇ 7 ਸਾਲ ਦੇ ਅੰਦਰ ਅੰਦਰ ਜਦੋਂ ਕਿਸੇ ਦੀ ਡੈਥ ਤਾਂ ਕਿਸੇ ਲੜਕੀ ਦੀ ਹੋ ਜਾਂਦੀ ਹੈ ਹਰਾਸਮੈਂਟ ਦੇ ਕਾਰਨ, ਕ੍ਰਿਊਲਟੀ ਦੇ ਕਾਰਨ, ਠੀਕ ਹੈ ਜੀ, ਤੇ ਦਾਜ ਮੰਗਣ ਦੇ ਕਾਰਨ 7 ਸਾਲ ਮੈਰਿਜ ਨੂੰ ਹੋਏ ਹੋਣ, ਉਹਦੇ ਅੰਦਰ ਅੰਦਰ ਮੌਤ ਹੋ ਜਾਂਦੀ ਕਿਸੇ ਲੜਕੀ ਦੀ, ਤਾਂ ਉਹਦੇ ਵਿੱਚ ਜਿਹੜਾ ਪਰਿਵਾਰ ਦੇ ਮੈਂਬਰ ਨੂੰ ਜਿਹੜੇ ਵੀ ਦੋਸ਼ੀ ਪਾਏ ਜਾਂਦੇ ਨੇ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਉਮਰ ਕੈਦ ਹੋ ਸਕਦੀ ਹੈ। 305 ਸੈਕਸ਼ਨ ਕੀ ਗਿਆ ਹੈ? ਅਬੈਟਮੈਂਟ ਆਫ ਸੁਸਾਈਡ ਆਫ ਚਾਈਲਡ ਔਰ ਇਨਸੇਨ ਪਰਸਨ। ਕਿਸੇ ਬੱਚੇ ਨੂੰ ਜਾਂ ਕਿਸੇ ਇਨਸੇਨ ਨੂੰ, ਪਾਗਲ ਨੂੰ ਕਿਸੇ ਨੂੰ ਉਕਸਾਉਣਾ ਸੁਸਾਈਡ ਕਰਨ ਦੀ ਖਾਤਰ, ਅਬੈਟਮੈਂਟ ਕਰਨੀ, ਉਕਸਾ ਦੇਣਾ, ਤਾਂ ਉਹ ਵਿਅਕਤੀ ਜਿਹੜਾ ਅਬੈਟਮੈਂਟ ਕਰਦਾ ਹੈ ਸ਼ੈਲ ਬੀ ਪੁਨਿਸ਼ਡ ਵਿਦ ਡੈਥ ਔਰ ਇੰਪ੍ਰਿਜ਼ਨਮੈਂਟ ਫਾਰ ਲਾਈਫ, ਉਹਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ, ਕਿਉਂਕਿ ਦੂਜੇ ਦੀ ਮੌਤ ਹੋਈ ਹੈ, ਕਿਸੇ ਬੱਚੇ ਦੀ ਮੌਤ ਹੋਈ ਹੈ, ਕਿਸੇ ਪਾਗਲ ਇਨਸੇਨ ਪਰਸਨ ਦੀ ਮੌਤ ਹੋਈ ਹੈ ਕਿਸੇ ਇੱਕ ਦੇ ਇਕਸਾਨ ਦੇ ਨਾਲ, ਤਾਂ ਇਹਦੇ ਵਿੱਚ ਜਿਹੜੀ ਸਜ਼ਾ ਦਾ ਪ੍ਰਾਵਧਾਨ ਕੀਤਾ ਗਿਆ ਉਮਰ ਕੈਦ ਜਾਂ ਮੌਤ ਦੀ ਸਜ਼ਾ ਜਾਂ ਉਮਰ ਕੈਦ ਔਰ ਇੰਪ੍ਰਿਜ਼ਨਮੈਂਟ ਫਾਰ ਅ ਟਰਮ ਨਾਟ ਐਕਸੀਡਿੰਗ 10 ਈਅਰ, ਜਾਂ 10 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ, ਫਾਈਨ ਵੀ ਹੋ ਸਕਦਾ ਹੈ। ਸੈਕਸ਼ਨ 306 ਚ ਕੀ ਕਹੇਗਾ? ਅਬੈਟਮੈਂਟ ਆਫ ਸੁਸਾਈਡ। ਕਿਸੇ ਵਿਅਕਤੀ ਨੂੰ ਅਬੈਟਮੈਂਟ ਕਰ ਦੇਣੀ, ਉਕਸਾ ਦੇਣਾ ਮੌਤ ਦੇ ਲਈ। ਇਫ ਐਨੀ ਪਰਸਨ ਕਮਿਟਸ ਸੁਸਾਈਡ ਹੂ ਅਬੈਟਸ ਦਾ ਕਮਿਸ਼ਨ, ਕੋਈ ਬੰਦਾ ਸੁਸਾਈਡ ਕਰਦਾ, ਕੋਈ ਵਿਅਕਤੀ ਸੁਸਾਈਡ ਕਰ ਲੈਂਦਾ ਹੈ, ਜਿਹੜਾ ਵੀ ਸੁਸਾਈਡ ਕਰਨ ਦੀ ਉਸ ਨੂੰ ਅਬੈਟ ਕਰਦਾ ਹੈਗਾ, ਉਕਸਾਉਂਦਾ ਹੈਗਾ, whoever abets the commission of such suicide shall be punished with imprisonment of either description for a term which may extend to 10 years and shall also be liable to fine। 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਜੁਰਮਾਨਾ ਵੀ ਹੋ ਸਕਦਾ ਹੈਗਾ ਜਿਹੜਾ ਬੰਦਾ ਉਸ ਨੂੰ ਉਕਸਾਉਂਦਾ ਹੈ, ਕਿਸੇ ਮਤਲਬ ਕਿ ਮੇਲ ਨੂੰ, ਮੇਲ ਹੋਵੇ ਫੀਮੇਲ ਹੋਵੇ, ਜਿਨ ਕੇ ਬਾਲਗ ਹੋਵੇ, ਮਾਈਨਰ ਨਾ ਹੋਵੇ, ਸੌਰੀ। ਸੈਕਸ਼ਨ 307 ਅਬੈਟਮੈਂਟ ਟੂ ਮਰਡਰ। ਮਰਡਰ ਕਰਨ ਦੇ ਲਈ ਕਿਸੇ ਨੂੰ ਅਬੈਟਮੈਂਟ ਕਰਨੀ, ਉਕਸਾਉਣਾ ਕਿਸੇ ਨੂੰ। whoever does any act with such intention or knowledge, ਦੇਖੋ attention ਵੀ ਹੈ, knowledge ਵੀ ਹੈ, and under such circumstances that if he by that act causes death he would be guilty of murder, ਨੂੰ ਪਤਾ ਹੈ ਵੀ ਜੇ ਇਹ ਬੰਦੇ ਨੂੰ ਮਾਰੇਗਾ ਤਾਂ ਇਹਨੂੰ ਮੌਤ ਦਾ ਜਿਹੜਾ ਮਰਡਰ ਦੇ ਕੇਸ 'ਚ ਫਸੇਗਾ, ਠੀਕ ਹੈ, ਫਿਰ ਵੀ ਪਰ ਮਰਵਾਉਂਦਾ ਕਿਸੇ ਨੂੰ, ਫਿਰ ਵੀ ਕਿਸੇ ਨੂੰ ਮਰਵਾਉਂਦਾ ਹੈ, ਉਹਨੂੰ ਐ ਵੀ ਇਹ ਬੰਦਾ ਜਿਹੜਾ ਮਾਰ ਰਿਹਾ ਦੋਸ਼ੀ ਇਸ ਤੇ ਲੱਗੇਗਾ, ਮੈਂ ਤਾਂ ਬਚ ਜਾਊਂਗਾ, ਮੈਂ ਕਿਹੜਾ ਮਾਰਿਆ, ਮੈਂ ਕਿਹੜਾ ਕੋਈ ਮਰਡਰ ਕੀਤਾ ਹੈਗਾ। ਪਰ ਜਿਹੜਾ ਬੰਦਾ ਅਬੈਟ ਕਰਦਾ ਹੈ, ਉਕਸਾਉਂਦਾ ਦੂਜੇ ਬੰਦੇ ਨੂੰ, ਤੀਜੇ ਬੰਦੇ ਨੂੰ ਮਾਰਨ ਦੀ ਖਾਤਰ, ਸ਼ੈਲ ਬੀ ਪੁਨਿਸ਼ਡ ਵਿਦ ਇੰਪ੍ਰਿਜ਼ਨਮੈਂਟ 10 ਈਅਰ, 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, 10 ਈਅਰ, ਐਂਡ ਸ਼ੈਲ ਆਲਸੋ ਬੀ ਲਾਇਬਲ ਟੂ ਫਾਈਨ। ਪਰ ਜੇਕਰ ਉਕਸਾਨ ਦੇ ਨਾਲ ਨਾਲ ਦੂਜਾ ਬੰਦਾ ਉਸਦੇ ਸੱਟ ਮਾਰ ਦਿੰਦਾ ਹੈ, ਹਰਟ ਇਜ਼ ਕਾਸਡ ਟੂ ਐਨੀ ਪਰਸਨ, ਠੀਕ ਹੈ, ਤਾਂ ਜਿਹੜੀ ਸਜ਼ਾ ਹੈਗੀ ਹੈ ਇਹ ਵੱਧ ਜਾਂਦੀ ਹੈ। ਜਿਸਦਾ ਇਕੱਲਾ ਉਕਸਾਇਆ ਸੀ, ਸੱਟ ਫੇਟ ਨਹੀਂ ਮਾਰੀ, ਬੰਦੇ ਨੂੰ ਕੁਝ ਨਹੀਂ ਹੋਇਆ ਹੈਗਾ, ਬਚ ਗਿਆ, ਪਰ ਉਹਦੇ ਤੇ ਫਿਰ ਵੀ ਜਿਹੜਾ ਬੰਦੇ ਨੇ ਉਕਸਾਇਆ ਉਹਦੇ ਤੇ ਜਿਹੜਾ ਅਬੈਟਮੈਂਟ ਟੂ ਮਰਡਰ ਦਾ ਜਿਹੜਾ ਦੋਸ਼ ਲੱਗੇਗਾ। ਪਰ ਜੇਕਰ ਅਬੈਟਮੈਂਟ ਆਫ ਮਰਡਰ ਦੇ ਨਾਲ ਨਾਲ ਕੀ ਹੈਗਾ, ਇੱਕ ਬੰਦੇ ਨੇ ਏ ਨੇ ਬੀ ਨੂੰ ਉਕਸਾਇਆ, ਬੀ ਨੇ ਸੀ ਦੇ ਸੱਟ ਫੇਟ ਮਾਰ ਦਿੱਤੀ, ਜ਼ਖਮ ਵੀ ਕਰ ਦਿੱਤੇ, ਠੀਕ ਹੈ, ਤਾਂ ਜਿਹੜਾ ਇਹ ਹੈਗਾ
ਉਹਨੂੰ ਜਿਹੜੀ ਹੈਗੀ ਆ ਉਮਰ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ। ਜੇ ਇਦਾਂ ਦੀ ਕੋਈ ਅਟੈਂਪਟ ਕਰਦਾ ਹੈਗਾ, ਅਟੈਂਪਟ ਟੂ ਮਰਡਰ, attempts by life convict, ਕੋਈ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈਗਾ ਕੋਈ ਵਿਅਕਤੀ, ਠੀਕ ਹੈ, ਉਹ ਅਟੈਂਪਟ ਕਰਦਾ ਹੈਗਾ, ਕਿਸ ਨੂੰ ਮਾਰਨ ਦੀ ਖਾਤਰ ਕੋਸ਼ਿਸ਼ ਕਰਦਾ ਹੈ। when any person offending under this section is under sentence of imprisonment for life, he may be if he hurt is caused punished with death। ਆਪਾਂ ਪਹਿਲਾਂ ਵੀ ਪੜ੍ਹ ਕੇ ਗਏ ਹਾਂ, ਜੇ ਕੋਈ ਉਮਰ ਦੀ ਸਜ਼ਾ ਪਹਿਲਾਂ ਤੋਂ ਹੀ ਭੁਗਤ ਰਿਹਾ ਹੈ, ਠੀਕ ਹੈ, ਫਿਰ ਵੀ ਉਹ ਕਿਸੇ ਨੂੰ ਹੋਰ ਨੂੰ ਮਾਰਨ ਦੀ ਖਾਤਰ ਜਿਹੜਾ ਹੈਗਾ ਕਿਸੇ ਨੂੰ ਜ਼ਖਮੀ ਕਰ ਦਿੰਦਾ ਹੈ, ਤੇ ਉਹਨੂੰ ਜਿਹੜੀ ਹੈਗੀ ਹੈ ਮੌਤ ਦੀ ਸਜ਼ਾ ਹੋ ਸਕਦੀ ਹੈ ਐਸੇ ਦੋਸ਼ੀ। ਸੈਕਸ਼ਨ 308 ਦੇ ਵਿੱਚ ਕੀ ਕਿਹਾ ਗਿਆ? ਅਟੈਂਪਟ ਟੂ ਕਮਿਟ ਕਲਪੇਬਲ ਹੋਮੀਸਾਈਡ। ਕਲਪੇਬਲ ਹੋਮੀਸਾਈਡ ਕਮਿਟ ਕਰਨ ਦੇ ਲਈ ਅਟੈਂਪਟ ਕੀਤੀ ਜਾ ਰਹੀ ਹੈ, ਕੋਸ਼ਿਸ਼ ਕੀਤੀ ਜਾ ਰਹੀ ਹੈ, ਠੀਕ ਹੈ। ਬੇਸ਼ੱਕ ਕਲਪੇਬਲ ਹੋਮੀਸਾਈਡ ਹੋਇਆ, ਬੇਸ਼ੱਕ ਨਹੀਂ ਹੋਇਆ, ਪਰ ਇੱਥੇ ਅਟੈਂਪਟ ਕੀਤੀ ਗਈ ਹੈ। ਮਤਲਬ ਇਟ ਮੀਨਸ ਇਹ ਕਹਾਂਗੇ ਵੀ ਕਲਪੇਬਲ ਹੋਮੀਸਾਈਡ ਕਮਿਟ ਨਹੀਂ ਹੋਇਆ, ਪਰ ਅਟੈਂਪਟ ਕੀਤੀ। ਜਦੋਂ ਕੋਈ ਅਟੈਂਪਟ ਕਰਦਾ ਹੈ ਇੱਦਾਂ ਦੀ, ਤਾਂ ਉਹਨੂੰ 3 ਸਾਲ ਤੱਕ ਦੀ ਸਜ਼ਾ ਹੁੰਦੀ ਹੈ ਤੇ ਜੁਰਮਾਨਾ ਵੀ ਹੁੰਦਾ, ਦੋਨੋਂ ਵੀ ਹੁੰਦੇ ਨੇ। ਪਰ ਇਸ ਅਟੈਂਪਟ ਦੇ ਵਿੱਚ ਜੇਕਰ ਦੂਜਾ ਬੰਦਾ ਜਿਹਦੇ ਖਿਲਾਫ ਇਹ ਅਟੈਂਪਟ ਕੀਤੀ ਜਾ ਰਹੀ ਹੈ, ਜੇਕਰ ਉਹ ਜ਼ਖਮੀ ਹੋ ਗਿਆ, 60 ਫੇਟ ਲੱਗੀ ਉਹਦੇ, ਠੀਕ ਹੈ, ਮੌਤ ਵੀ ਹੋ ਸਕਦੀ ਸੀਗੀ, ਤਾਂ ਵੀ ਜਿਹੜੀ ਸਜ਼ਾ ਹੈਗੀ ਹੈ ਵੱਧ ਕੇ 7 ਸਾਲ ਦੀ ਹੋ ਜਾਂਦੀ ਹੈ, ਤੇ ਫਾਈਨ ਵੀ ਹੁੰਦਾ ਤੇ ਨਾਲ ਦੋਨੋਂ ਵੀ ਹੋ ਸਕਦੇ ਆ। ਅਟੈਂਪਟ ਟੂ ਕਮਿਟ ਸੁਸਾਈਡ, ਜੇ ਕੋਸ਼ਿਸ਼ ਕਰਦੇ ਆ ਸੁਸਾਈਡ, ਕੋਈ ਵਿਅਕਤੀ ਅਟੈਂਪਟ ਕਰਦਾ ਹੈ ਆਪਦੇ ਆਪ ਨੂੰ ਸੁਸਾਈਡ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਸੁਸਾਈਡ ਕਮਿਟ ਨਹੀਂ ਹੋਇਆ, ਕੋਸ਼ਿਸ਼ ਕੀਤੀ ਹੈ ਉਸਨੇ, ਕਿਸੇ ਗੱਲ ਤੋਂ ਦੁਖੀ ਹੋ ਕੇ ਕੋਈ ਬੰਦਾ ਕੋਸ਼ਿਸ਼ ਕਰਦਾ ਹੈ ਆਪਦੇ ਆਪ ਨੂੰ ਸੁਸਾਈਡ ਕਰਨ ਦੀ, ਠੀਕ ਹੈ, ਗੋਲੀਆਂ ਖਾਣ ਦੀ ਕੋਸ਼ਿਸ਼ ਕਰਦਾ ਹੈ, ਕਿਸੇ ਛੱਤ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕਰਦਾ, ਤਾਂ ਉਹਨੂੰ ਵੀ ਜਿਹੜੀ ਹੈਗੀ 1 ਸਾਲ ਦੀ ਸਜ਼ਾ ਹੋ ਸਕਦੀ ਹੈ ਲਾਅ ਦੇ ਵਿੱਚ। ਸੈਕਸ਼ਨ 309 ਤੇ ਲੱਗ ਜਾਂਦੀ ਹੈ। ਇਹਦੇ ਨਾਲ ਜੀ ਕਿੰਨਾ ਟਾਈਮ ਹੋ ਗਿਆ? 10 ਵਜੇ। ਅੱਜ ਦੀ ਕਲਾਸ ਆਪਾਂ ਇੱਥੇ ਕਰ, ਹਾਂਜੀ ਸਰ ਜੀ, ਹੈਲੋ, ਹਾਂਜੀ ਸਰ ਨੈਵੀਗੇਸ਼ਨ ਵਾਲਾ 304 ਵਾਲਾ ਨਾ 304 ਦਾ ਨੈਵੀਗੇਸ਼ਨ, ਹਾਂ, ਉਹ ਚ ਨਵਜੋਤ ਸਿੱਧੂ ਵਾਲੀ ਜਿਹੜੀ ਧਾਰ ਦਿੱਤੀ ਜਾ ਸਕਦੀ ਹੈ ਕਿ ਵੀ ਅਤਨ ਜਿਹੜੀ ਹਨਾ, ਆਪਾਂ ਹੁਣ ਕੋਰਟ ਦੀ ਕਾਰਵਾਈ ਕਿਤੇ ਆਪਾਂ ਕਮੈਂਟ ਨਹੀਂ ਕਰ ਸਕਦੇ। ਨਹੀਂ ਮੈਂ ਮੰਗੀ ਆਪਾਂ ਉਧਾਰ ਪਾ ਸਕਦੇ ਹਾਂ ਉਹ ਵੀ ਤੁਸੀਂ ਜੱਜਮੈਂਟ ਤਾਂ ਕਿਸੇ ਵੀ ਤੁਸੀਂ ਦੇ ਸਕਦੇ ਹੋ, ਕੋਰਟ ਦੇ ਕਿਸੇ ਆਰਡਰ ਦੀ ਜੱਜਮੈਂਟ ਤੁਸੀਂ ਦੇ ਸਕਦੇ ਹੋ, ਜੇ ਤੁਹਾਨੂੰ ਲੱਗਦਾ ਵੀ ਸੂਟੇਬਲ ਹੈਗੀ ਹੈ, ਠੀਕ ਹੈ, ਦੇ ਸਕਦੇ ਹੋ। 304 304 ਦੇ ਵਿੱਚ ਤਾਂ ਆਪਾਂ ਉਹੀ ਕਲਪੇਬਲ ਹੋਮੀਸਾਈਡ ਦੀ ਜਿਹੜੀ ਹੈਗੀ ਹੈ ਉਹਦੀ ਸਜ਼ਾ ਸੁਣਾਈ ਜਾਂਦੀ ਹੈ, ਠੀਕ ਹੈ, ਜਾਣਬੁੱਝ ਕੇ ਮਰਡਰ ਨਹੀਂ ਕੀਤਾ ਜਾਂਦਾ, ਪਰ ਅਚਾਨਕ ਹੋ ਜਾਂਦਾ ਹੈ। 304 ਕਹਿੰਦੇ ਸਰ, ਕਾਜ਼ਿੰਗ ਡੈਥ ਬਾਈ ਨੈਗਲੀਜੈਂਸ। ਹਾਂ, ਜਿਵੇਂ ਹੁਣ ਦੇਖੋ ਕੋਈ ਰੈਸ਼ ਡਰਾਈਵਿੰਗ ਕਰ ਰਿਹਾ ਹੈ, ਬੰਦੇ ਨੂੰ ਲੱਤੜ ਦਿੱਤਾ ਜਾਂਦੇ ਨੂੰ ਉਸਨੇ, ਠੀਕ ਹੈ, ਬੰਦੇ ਦੀ ਮੌਤ ਹੋ ਜਾਂਦੀ ਹੈ, ਜਾਣਬੁੱਝ ਕੇ ਤਾਂ ਨਹੀਂ ਕੀਤੀ, ਪਰ ਨੈਗਲੀਜੈਂਟ ਤਾਂ ਹੈਗਾ ਸੀ ਨਾ, ਰੈਸ਼ ਡਰਾਈਵਿੰਗ ਕਰ ਰਿਹਾ ਸੀਗਾ, ਠੀਕ ਹੈ, ਜਿਹੜੀ ਉਹਨੂੰ ਪ੍ਰੋਟੈਕਸ਼ਨ ਰੱਖਣੀ ਚਾਹੀਦੀ ਸੀ ਉਹਨੇ ਨਹੀਂ ਰੱਖੀ, ਲਾਪਰਵਾਹੀ ਕੀਤੀ ਹੈ, ਦੂਜੇ ਦੀ ਮੌਤ ਹੋ ਜਾਂਦੀ ਹੈ, ਤਾਂ ਇਹਦੇ 'ਚ ਉਹਨੂੰ ਜਿਹੜੀ ਸਜ਼ਾ 2 ਸਾਲ ਤੱਕ ਦੀ ਹੋ ਜਾਂਦੀ ਹੈ। 304 ਦੇ ਵਿੱਚ ਅਲੱਗ-ਅਲੱਗ ਐਗਜ਼ਾਮਪਲਾਂ ਆ ਜਾਂਦੀਆਂ। ਇਸੇ ਕੇਸ ਦੀ ਤਾਂ ਵਕੀਲਾਂ ਵੱਲੋਂ ਲੜਾਈ ਲੜੀ ਜਾਂਦੀ ਹੈ ਵੀ ਕਿਹੜੇ ਬੰਦੇ ਨੂੰ ਕਿਹੜੀ ਸੈਕਸ਼ਨ 'ਚ ਲੈ ਕੇ ਆਉਣਾ ਹੈ। ਇੱਕ ਪਾਰਟੀ ਦਾ ਵਕੀਲ ਜਿਹੜਾ ਕਹਿੰਦਾ ਵੀ ਮੈਂ ਕਿਸੇ ਇਹਨੂੰ ਐਕਸੈਪਸ਼ਨ 'ਚ ਲੈ ਕੇ ਆਵਾਂ, ਦੂਜੀ ਦਾ ਪਾਰਟੀ ਕਹਿੰਦਾ ਮੈਂ ਇਹਨੂੰ ਮੇਨ ਕੇਸ 'ਚ ਲੈ ਕੇ ਆਵਾਂ, ਠੀਕ ਹੈ। ਇਸੇ ਚੀਜ਼ ਦੀ ਜਿਹੜੀ ਪ੍ਰੋਸੀਡਿੰਗ ਜਿਹੜੀਆਂ ਚੱਲਦੀਆਂ ਨੇ, ਇਸੇ ਗੱਲ ਨੂੰ ਲੈ ਕੇ ਚੱਲਦੇ ਆ ਕੋਰਟਾਂ ਦੇ ਵਿੱਚ ਜ਼ਿਆਦਾਤਰ, ਠੀਕ ਹੈ ਜੀ। ਐਨੀ ਕੁਐਸਚਨ? ਕੱਲ ਨੂੰ ਕਲਾਸ ਲੈ ਲਈਏ ਸਵੇਰੇ ਮਾਰਨਿੰਗ, ਜੇਕਰ ਕੰਫਰਟੇਬਲ ਤੁਸੀਂ। ਪੇਪਰ ਨੰਬਰ 6 ਦੀ ਕਲਾਸ ਲੈ ਜੀ ਕੱਲ ਨੂੰ ਮਾਰਨਿੰਗ ਉਹੀ ਸੇਮ ਟਾਈਮ ਤੇ ਠੀਕ ਹੈ ਸਰ। ਚਲੋ ਜੇ ਲੈਣੀ ਹੋਈ ਤਾਂ ਮੈਂ ਫਿਰ ਕਲਾਸ ਪਾਵਾਂਗਾ, ਠੀਕ ਹੈ। ਜੇ ਮੇਰਾ ਕੋਈ ਸ਼ਡਿਊਲ ਹੋਰ ਹੋਇਆ ਤਾਂ ਵੱਖਰੀ ਹੈ, ਜਾਂ ਕੋਈ ਟਾਈਮ ਜੇ ਚੇਂਜ ਕਰਨਾ ਹੋਇਆ ਤਾਂ ਥੋੜਾ ਕਰ ਸਕਦੇ ਹਾਂ, ਕਿ
ठीक है जी। ਜੇ ਕਲਾਸ ਲੈਣੀ ਹੋਈ ਫਿਰ ਕਲਾਸ ਫਿਰ ਮੈਂ ਸ਼ਾਮ ਨੂੰ ਪਾ ਦਾਂਗਾ ਜੇ ਲੈਣੀ ਹੋਈ ਤਾਂ, ਠੀਕ ਹੈ ਜੀ। ਅਦਰਵਾਈਜ਼ ਤਾਂ ਆਪਣੀ ਸੰਡੇ ਹੌਲੀਡੇ ਹੁੰਦੀ ਹੈ। ਠੀਕ ਹੈ ਜੀ। ਜੇ ਕਲਾਸ ਠੀਕ ਹੈ ਲੱਗੇਗੀ ਸਰ। ਤਾਂ ਮੈਂ ਸ਼ਾਮ ਨੂੰ ਕਲਾਸ ਪਾਵਾਂਗਾ, ਗਰੁੱਪ ਦੇ ਵਿੱਚ ਪਾਵਾਂਗਾ। ਓਕੇ ਜੀ, then ਓਕੇ ਸਰ। ਓਕੇ ਸਰ। class is over. Thank you very much. ਥੈਂਕ ਯੂ ਸਰ। ਓਕੇ ਸਰ।